ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਬੰਦਨਾ ਹਰ ਬੰਦਨਾ। ਗੁਣ ਗਾਵਹੁ ਗੋਪਾਲ ਰਾਏ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਗਰ ਤਰਿਆ ਜੀ। ਸਾਗਰ ਤਰਿਆ ਜੀ। ਸਾਧੂ ਸੰਗੇ ਸਾਧੂ ਸੰਗੇ। 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 ਸਾਗਰ ਤਰਿਆ 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 ਸਾਧੂ ਸੰਗੇ। ਤਰਿਆ ਸਾਧੂ ਸੰਗੇ।
ਨਿਰਭਉ ਨਾਮ ਜਪੋ ਹਰ ਰੰਗੇ, 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 ਨਾਮ ਜਪੋ ਹਰ ਰੰਗੇ, ਨਿਰਭਉ 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 ਨਾਮ ਹਰ ਰੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਸਾਗਰ ਤਰਿਆ ਜੀ ਸਾਧੂ ਸੰਗੇ, ਸਾਧੂ ਸੰਗੇ, ਸਾਗਰ ਤਰਿਆ ਜੀ ਸਾਧੂ ਸੰਗੇ, ਸਾਧੂ ਸੰਗੇ, ਸਾਗਰ ਸਾਧੂ ਸੰਗੇ, ਸਾਧੂ ਸੰਗੇ, ਸਾਗਰ ਤਰਿਆ ਜੀ ਸਾਧੂ ਸੰਗੇ, ਸਾਧੂ ਸੰਗੇ, ਸਾਗਰ ਤਰਿਆ ਜੀ ਸਾਧੂ ਸੰਗੇ, ਸਾਧੂ ਸੰਗੇ, ਸਾਗਰ ਤਰਿਆ ਜੀ ਸਾਧੂ ਸੰਗੇ, ਸਾਧੂ ਸੰਗੇ। ਵੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ ਰਹਾਉ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾਮ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨ ਭੇੜੇ, ਜਮ ਜੰਦਾਰ ਨਾ ਆਵੇ ਨੇੜੇ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ, ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੇ ਨੇੜੇ, ਤ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਨੇੜੇ ਹੋ ਕੇ ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, 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 ਪ੍ਰਭ ਜੀ ਦਾ ਸਿਮਰਨ ਕਰਿਆ,
ਪ੍ਰਭ ਜੀ ਦਾ ਸਿਮਰਨ ਕਰਿਆ, ਪ੍ਰਭ ਜੀ ਦਾ ਸਿਮਰਨ ਕਰਿਆ, ਪ੍ਰਭ ਜੀ ਦਾ ਸਿਮਰਨ ਕਰਿਆ, ਪ੍ਰਭ ਜੀ ਦਾ, ਜੀ ਪ੍ਰਭ ਜੀ ਦਾ ਸਿਮਰਨ ਕਰਿਆ, ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਿਆ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਕੇ ਹੋ ਮੈਂ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਤਰਸ ਪਿਆਸਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ, ਚਾਰ ਪਦਾਰਥ ਜੇ ਕੋ ਮੰਗੈ, ਪਰਮ ਸਤਿਕਾਰ ਅਤੇ ਸਨਮਾਨਯੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੀ ਸਤਿਗੁਰੂ ਜੀਆਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬੱਤ ਸੰਗਤ ਦਾਸ ਦੀ ਸਨਿਮਰ ਫਤਿਹ ਪ੍ਰਵਾਨ ਕਰੋ। ਫਤਿਹ ਦਾ ਜਵਾਬ ਸਾਰੀ ਸੰਗਤ ਫਤਿਹ ਵਿੱਚ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਫਰਮਾਨ ਹਨ। ਗੁਰੂ ਸਾਹਿਬ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ,
ਕਿਸੇ ਵੀ ਮਨੁੱਖ ਨੂੰ ਜੇ 4 ਪਦਾਰਥਾਂ ਦੀ ਜ਼ਰੂਰਤ ਹੋਵੇ, 4 ਪਦਾਰਥ ਕਿਹੜੇ ਹਨ ਉਹ ਵੀ ਮਹਾਰਾਜ ਜੀਆਂ ਨੇ ਬਾਣੀ ਵਿੱਚ ਦੱਸਿਆ। ਧਰਮ, ਅਰਥ, ਕਾਮ ਅਤੇ ਮੋਖ। ਜਿਸ ਮਨੁੱਖ ਨੂੰ ਧਰਮ ਦੀ ਜ਼ਰੂਰਤ ਹੋਵੇ, ਹਰ ਬੰਦਾ ਧਰਮੀ ਨਹੀਂ ਹੁੰਦਾ ਪਿਆਰੇ। ਧਰਮ ਦਾ ਮਾਰਗ ਬੜਾ ਕਠਿਨ ਹੈ। ਧਰਮ ਦਾ ਮਾਰਗ ਅਲੂਣੀ ਸਿੱਲ ਚੱਟਣ ਦੇ ਸਮਾਨ ਹੈ। ਸਾਧ ਸੰਗਤ ਜੀ, ਜੇ ਕਿਸੇ ਨੂੰ ਧਰਮ ਚਾਹੀਦਾ ਹੋਵੇ, ਨੰਬਰ 2 ਤੇ ਮਹਾਰਾਜ ਕਹਿੰਦੇ ਕਿਸੇ ਨੂੰ ਅਰਥ ਚਾਹੀਦਾ। ਅਰਥ ਮਤਲਬ ਕਿਸੇ ਬੰਦੇ ਨੂੰ ਕਿਸੇ ਕੰਮ ਲਈ ਮਾਇਆ ਦੀ ਲੋੜ ਹੋਵੇ, ਆਪਣੇ ਕੋਲ ਹੋਣ ਨਾ ਉਹ ਕਿਸੇ ਸੂਝਵਾਨ ਆਂਢੀ ਗੁਆਂਢੀ ਕੋਲ ਜਾਵੇ, ਰਿਸ਼ਤੇਦਾਰ ਕੋਲੇ ਜਾਵੇ, ਮਿੱਤਰ ਕੋਲੇ ਜਾਵੇ, ਉਹਨੂੰ ਜਾ ਕੇ ਦੱਸੇ ਭਾਈ ਮੈਨੂੰ ਫਲਾਣਾ ਕੰਮ ਕਰਨ ਲਈ ਥੋੜੀ ਜੀ ਮਾਇਆ ਦੀ ਲੋੜ ਆ। ਉਹ ਕਹੇ ਕੋਈ ਗੱਲ ਨਹੀਂ ਭਾਈ ਤੂੰ ਲੈ ਜਾ, ਦੇ ਦੇਵੇ। ਤੇ ਫੇਰ ਬੰਦਾ ਕੀ ਕਹਿੰਦਾ ਵੀ ਫਲਾਣੇ ਬੰਦੇ ਨੇ ਮੇਰਾ ਅਰਥ ਸਾਰਿਆ। ਅਰਥ ਸਾਰਿਆ ਮਤਲਬ ਕਿਸੇ ਚੀਜ਼ ਦੀ ਜ਼ਰੂਰਤ, ਧਨ ਦੌਲਤ, 4 ਰੁਪਈਏ ਪੈਸੇ ਟਕੇ ਦੀ ਲੋੜ ਹੋਵੇ, ਉਹ ਸਾਧ ਸੰਗਤ ਜੀ ਕਈ ਦਾ ਅਰਥ, ਧਰਮ, ਅਰਥ। ਤੀਜੇ ਨੰਬਰ ਤੇ ਕਾਮ। ਕਾਮ ਮਤਲਬ ਕਾਮਨਾ। ਮਨ ਦੇ ਵਿੱਚ ਕੋਈ ਵੀ ਕਾਮਨਾ ਹੋਵੇ, ਕੋਈ ਵੀ ਕਾਮਨਾ, ਬੰਦਸ਼ ਨਹੀਂ ਕਿ ਤੂੰ ਫਲਾਣੀ ਚੀਜ਼ ਹੀ ਮਨ ਵਿੱਚ ਸੋਚ ਕੇ ਮੰਗਣੀ ਗੁਰੂ ਸਾਹਿਬ ਜੀ ਤੋਂ। ਜੋ ਵੀ ਮਨ ਕਰੇ ਗੁਰੂ ਸਾਹਿਬ ਤੋਂ ਮੰਗਣੀ, ਜੋ ਵੀ ਮਨ ਕਰੇ। ਕਿਸੇ ਨੂੰ ਦੁੱਧ ਚਾਹੀਦਾ, ਕਿਸੇ ਨੂੰ ਪੁੱਤ ਚਾਹੀਦਾ। ਕਈ ਪਰਿਵਾਰ ਗੁਰਮੁਖੋਂ ਧੀਆਂ ਮੰਗ ਕੇ ਲੈਂਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਮੈਂ ਬੜੇ ਪਰਿਵਾਰਾਂ ਨੂੰ ਐਸਿਆਂ ਨੂੰ ਜਾਣਦਾ, ਉਹਨਾਂ ਨੇ ਅਰਦਾਸ ਕੀਤੀ, ਆਪ ਗ੍ਰੰਥੀ ਸਿੰਘਾਂ ਤੋਂ ਕਰਵਾਈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਮਹਾਰਾਜ ਕਿਰਪਾ ਕਰਕੇ ਟੱਬਰ ਵਿੱਚ, ਪਰਿਵਾਰ ਵਿੱਚ ਇੱਕ ਬੱਚੀ ਦੀ ਦਾਤ ਬਖਸ਼ੋ, ਕਿਉਂਕਿ ਕਈ ਪੀੜ੍ਹੀਆਂ ਤੋਂ ਬੱਚੀ ਨਾ ਹੋਈ ਘਰ ਵਿੱਚ, ਲੜਕੇ ਹੀ ਰਹੇ ਕਈ ਪੀੜ੍ਹੀਆਂ ਤੋਂ। ਕਾਮਨਾ ਜਿੱਦਾਂ ਦੀ ਮਨ ਵਿੱਚ ਹੋਵੇ ਉਹਨੂੰ ਕਹੀਦਾ ਕਾਮ। ਧਰਮ, ਅਰਥ, ਕਾਮ। ਨੰਬਰ 4 ਤੇ ਹੈ ਮੋਖ। ਮੋਖ ਦਾ ਮਤਲਬ ਹੁੰਦਾ ਸਾਧ ਸੰਗਤ ਜੀ, 2 ਅਰਥ ਦੇ ਵਿਦਵਾਨ ਪੁਰਸ਼ ਲੈਂਦੇ ਆ। ਜਿਸ ਤਰ੍ਹਾਂ ਮੋਖ ਦਾ ਮਤਲਬ ਹੁੰਦਾ ਵੀ ਆ ਕੀਰਤਨ ਕਰਨੇ ਆ ਨਾ ਆਪਾਂ, ਕੀਰਤਨ ਦੇ ਬਦਲੇ ਵਿੱਚ ਸੰਗਤ ਕੁਝ ਮਾਇਆ ਦਿੰਦੀ ਆ। ਗ੍ਰੰਥੀ ਸਿੰਘ ਪਾਠ ਕਰਦਾ, ਪਾਠ ਦੇ ਬਦਲੇ ਵਿੱਚ ਸੰਗਤ ਕੁਝ ਮਾਇਆ ਦਿੰਦੀ ਆ। ਉਹਨੂੰ ਕੀ ਕਹਿੰਦੇ ਆਪਾਂ? ਉਹਦਾ ਨਾਮ ਸਾਧ ਸੰਗਤ ਜੀ ਮੋਖ ਆ। ਮੋਖ ਕਿਸੇ ਨੂੰ ਭੇਟਾ ਦੇਣੀ, ਇਹਨੂੰ ਕਹੀਦਾ ਮੋਖ। ਇੱਕ ਅਰਥ ਇਹ ਆ। ਤੇ ਦੂਸਰਾ ਅਰਥ ਹੈ ਮੋਖ ਦਾ ਮੁਕਤ ਹੋ ਜਾਣਾ। ਮੁਕਤ, ਜਨਮ ਮਰਨ ਤੋਂ ਰਹਿਤ ਹੋ ਜਾਣਾ, ਅਕਾਲ ਪੁਰਖ ਦੇ ਚਰਨਾਂ ਵਿੱਚ ਸਦੀਵੀ ਨਿਵਾਸ ਮਿਲ ਜਾਣਾ। ਇਹ 4 ਪਦਾਰਥ ਗੁਰੂ ਅਰਜਨ ਸਾਹਿਬ ਕਹਿੰਦੇ ਕਿਸੇ ਨੂੰ ਚਾਹੀਦੇ ਹੋਣ। ਇੱਕ ਦੀ ਗੱਲ ਨਹੀਂ, 2 ਦੀ ਨਹੀਂ, 4। ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗੈ। ਭਾਈ ਜੇ ਕਿਸੇ ਨੂੰ 4 ਪਦਾਰਥਾਂ ਦੀ ਜ਼ਰੂਰਤ ਹੋਵੇ, ਇੱਕ ਦੁਕਾਨ ਐਸੀ ਹੈ ਗੁਰਮੁਖੋ ਜਿੱਥੋਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਇੱਕ ਦਰ ਐਸਾ ਜਿੱਥੋਂ ਸਾਰੀਆਂ ਚੀਜ਼ਾਂ ਮਿਲਦੀਆਂ। ਇੱਕ ਅਸਥਾਨ ਐਸਾ ਜਿੱਥੋਂ ਸਾਰੀਆਂ ਵਸਤੂਆਂ ਮਿਲਦੀਆਂ। ਉਹ ਦਰ ਕਿਹੜਾ? ਮਹਾਰਾਜ ਕਹਿੰਦੇ ਸਾਧ ਜਨਾਂ ਕੀ ਸੇਵਾ ਲਾਗੈ। ਰੱਬ ਦੇ ਪਿਆਰੇ ਸਾਧੂਆਂ, ਮਹਾਤਮਾ, ਮਹਾਂਪੁਰਖਾਂ ਦੀ ਸੇਵਾ ਵਿੱਚ ਲੱਗ। ਸਤਿਗੁਰ ਕਹਿੰਦੇ ਜੋ ਮੰਗੇਗਾ ਸੋ ਮਿਲੇਗਾ। ਜੇ ਤੈ 4 ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ। ਜੇ ਤੈ 4 ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ। ਜੇ ਤੈ 4 ਪਦਾਰਥ ਲੈਣੇ, ਬਈ ਸੇਵਾ ਕਰ ਲੈ ਸਾਧੂਆਂ ਦੀ। ਗੱਜ ਕੇ ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ। ਜੇ ਤੈ 4 ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ। ਜੇ ਤੈ 4 ਪਦਾਰਥ ਲੈਣੇ, ਸੇਵਾ ਕਰ ਲੈ ਸਾਧੂਆਂ ਦੀ।
ਕਰੈ ਉਹ ਜੇ ਚਾਰ ਪਦਾਰਥ ਲੈ ਸੇਵਾ ਕਰ ਲੈ ਸਾਧੂਆਂ ਦੀ ਇੱਕ ਚਾਰ ਸੇਵਾ ਕਰ ਲੈ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਵਾਹ ਬਈ ਵਾਹ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀਓ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਤੂੰ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਉਹ ਸੇਵਾ ਕਰ ਲੈ ਜੀ ਸਾਧੂਆਂ ਦੀ ਸੇਵਾ ਕਰ ਲੈ ਜੀ ਸਾਧੂਆਂ ਦੀ ਜਿਤ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਜਿਤ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਜਿਤ ਚਾਰ ਪਦਾਰਥ ਲੈਣੇ ਜਿਤ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਮਹਾਰਾਜ ਕਹਿੰਦੇ ਚਾਰ ਪਦਾਰਥ ਚਾਹੀਦੇ ਹਨ ਸਾਧੂਆਂ ਦੀ ਸੇਵਾ ਵਿੱਚ ਲੱਗ। ਸੰਗਤ ਜੀ ਕਈ ਵਾਰੀ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ, ਕਈ ਸੁਣਾਉਣਗੇ ਸਾਧ ਸੰਗਤ ਜੀ, ਕਈ ਸੁਣਾਉਣਗੇ ਵੀ ਸਾਧੂ ਕੀ ਹੁੰਦਾ, ਤੇ ਰੱਬ ਦੇ ਪਿਆਰ ਵਾਲੇ ਬੰਦਗੀ ਵਾਲੇ ਵਿਦਵਾਨ ਪੁਰਸ਼ ਉਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਬੇਨਤੀ ਕਰਨੀ ਭਾਈ ਮੌਜੂਦਾ ਸਮੇਂ ਦੇ ਵਿੱਚ ਸਿੱਖ ਦੇ ਲਈ ਸਭ ਤੋਂ ਵੱਡੇ ਸਾਧੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਸਾਧੂ ਨਹੀਂ ਗੁਰਮੁਖੋ, ਪਰ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਲੱਗਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਦੇ, ਬਾਣੀ ਪੜ੍ਹਦੇ, ਬਾਣੀ ਸੁਣਦੇ, ਸ਼ਬਦ ਦੀ ਜਾਪ ਆਰਾਧਨਾ ਕਰਦੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ, ਮੂਲ ਮੰਤਰ ਦੇ ਜਾਪ ਕਰਦੇ, ਸਾਧ ਸੰਗਤ ਜੀ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਹਿੰਦੇ ਭਾਈ ਉਹ ਤਾਂ ਮਹਾਪੁਰਖ ਹੁੰਦੇ ਨੇ। ਆਖੋ ਸਤਨਾਮ। ਕੀ ਲਿਖਿਆ ਬਾਣੀ ਚ? ਮਹਾਰਾਜ ਕਹਿੰਦੇ ਸਤਿਗੁਰ ਸੇਵ ਹੈ ਸੇ ਮਹਾਪੁਰਖ ਸੰਸਾਰੇ। ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ ਸੰਗਤ ਜੀ, ਸੰਸਾਰ ਵਿੱਚ ਉਹਨਾਂ ਨੂੰ ਮਹਾਪੁਰਖ ਦਾ ਦਰਜਾ ਮਿਲਦਾ। ਮਹਾਪੁਰਖ ਇੱਕ ਸ਼ਬਦ ਹੈ ਪੁਰਖ, ਇੱਕ ਸ਼ਬਦ ਹੈ ਸਤਪੁਰਸ਼, ਇੱਕ ਸ਼ਬਦ ਹੈ ਮਹਾਪੁਰਖ। ਪੁਰਖ ਮਤਲਬ ਆਮ ਦੁਨਿਆਵੀ ਲੋਕ, ਆਮ ਲੋਕ, ਉਹਨਾਂ ਨੂੰ ਕਹਿੰਦੇ ਪੁਰਖ। ਉਹਨਾਂ ਪੁਰਖਾਂ ਦੇ ਵਿੱਚੋਂ ਗੁਰਮੁਖੋ ਜਿਹੜੇ ਨਾਮ ਸਿਮਰਨ ਭਜਨ ਨਾਲ ਜੁੜ ਕੇ ਜਿਨ੍ਹਾਂ ਦੀ ਅਵਸਥਾ ਉੱਚੀ ਚੜ ਜਾਂਦੀ ਆ, ਉਹਨਾਂ ਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਭਾਈ ਉਹ ਮਹਾਨ ਪੁਰਖ ਹਨ। ਮਹਾਨ ਮਤਲਬ ਮਹਾਪੁਰਖ। ਜਦੋਂ ਉੱਪਰ ਬਿੰਦੀ ਲੱਗ ਗਈ ਨੰਨੇ ਦੀ ਆਵਾਜ਼ ਆ ਗਈ ਉਹਦੇ ਵਿੱਚ,
ਮੰਮਾ ਹਾਹੇ ਨੂੰ ਕੰਨਾਂ ਉੱਤੇ ਲੱਗੀ ਬਿੰਦੀ, ਬਿੰਦੀ ਨੰਨੇ ਦੀ ਆਵਾਜ਼ ਕੱਢਦੀ ਆ ਪਿਆਰਿਓ। ਮਹਾਨ ਪੁਰਖ ਜਦੋਂ ਇਕੱਠਾ ਕਰੀਦਾ ਉਦੋਂ ਬਣ ਜਾਂਦਾ ਮਹਾਪੁਰਖ। ਕੌਣ ਮਹਾਪੁਰਖ ਕੌਣ ਹੁੰਦਾ? ਕਈ ਕਹਿਣਗੇ ਮਹਾਪੁਰਖ ਕੀ ਹੁੰਦਾ? ਲਵੇ ਜਿਹਨੂੰ ਪਤਾ ਹੀ ਨਹੀਂ ਮਹਾਪੁਰਖ ਕੀ ਹੁੰਦਾ। ਸਤਿਗੁਰ ਕਹਿੰਦੇ ਬਾਣੀ 'ਚ ਸਮਝਾਉਂਦੇ ਮਹਾਰਾਜ ਕਹਿੰਦੇ ਸਤਿਗੁਰ ਸੇਵ ਹੈ ਸੇ ਮਹਾਪੁਰਖ ਸੰਸਾਰੇ। ਜਿਹੜੇ ਸਤਿਗੁਰ ਦੀ ਸੇਵਾ ਵਿੱਚ ਲੱਗਦੇ ਨੇ ਭਾਈ ਉਹ ਮਹਾਪੁਰਖ ਹੁੰਦੇ ਨੇ ਸੰਸਾਰ ਵਿੱਚ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਬਚਨ ਐਵੇਂ ਨਹੀਂ ਲਿਖਿਆ ਮਹਾਰਾਜ ਨੇ, ਇਹਦੇ ਪ੍ਰਮਾਣ ਨੇ, ਹਜ਼ਾਰਾਂ ਪ੍ਰਮਾਣ ਨੇ ਗੁਰੂ ਘਰ ਦੇ ਇਤਿਹਾਸ ਵਿੱਚ। ਅੱਜ ਦੇ ਸਮੇਂ ਵਿੱਚ ਵੀ ਹਜ਼ਾਰਾਂ ਪ੍ਰਮਾਣ ਨੇ, ਅੱਜ ਦੇ ਸਮੇਂ ਵਿੱਚ ਵੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਛੱਡਿਆ, ਫਿਰ ਚਮਕੌਰ ਦੀ ਗੜੀ ਦਾ ਜੰਗ ਲੜਿਆ ਮਹਾਰਾਜ ਨੇ, ਫਿਰ ਮਾਛੀਵਾੜੇ ਵਿੱਚ ਪਹੁੰਚੇ ਸਤਿਗੁਰ ਜੀ। ਮਾਛੀਵਾੜੇ ਨੂੰ ਤਿਆਗ ਕੇ ਫਿਰ ਸਤਿਗੁਰ ਜੀ ਅੱਗੇ ਜਾਂਦਿਆਂ ਜਦੋਂ ਮਾਲਵਾ ਦੇਸ਼ ਵਿੱਚ ਆਏ ਗੁਰਮੁਖੋ, ਦੀਨਾ ਕਾਂਗੜ ਪਿੰਡ ਮਹਾਰਾਜ ਆਏ। ਇਹ ਕਾਂਗੜੇ ਦੇ ਵਿੱਚੋਂ ਵੱਜਿਆ ਹੋਇਆ ਪਿੰਡਾਂ ਤੇ ਨਾਮ ਦੀਨਾ, ਇਸ ਕਰਕੇ ਦੀਨਾ ਕਾਂਗੜ ਕਿਹਾ ਜਾਂਦਾ ਇਸ ਨੂੰ। ਦੀਨੇ ਦੇ ਇਲਾਕੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਏ। ਇੱਥੇ ਇਲਾਕੇ ਭਰ ਦੇ ਵੱਡੇ ਵੱਡੇ ਲੋਕ ਜਿਨ੍ਹਾਂ ਦਾ ਨਾਮ ਸੀ ਦੁਨੀਆ 'ਚ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਸਾਧ ਸੰਗਤ ਜੀ ਦੋ ਚੌਧਰੀ ਆਏ, ਉਹਨਾਂ ਦਾ ਨਾਮ ਚੌਧਰੀ ਲਖਮੀਰ, ਚੌਧਰੀ ਸ਼ਮੀਰ। ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆਏ। ਜਦੋਂ ਪਹੁੰਚੇ ਆ ਕੇ ਉਹਨਾਂ ਨੇ ਇੱਕ ਰੁਪਈਆ, ਇੱਕ ਭੇਲੀ ਗੁੜ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਭੇਟਾ ਕੀਤੀ। ਅਸੀਂ ਜਦੋਂ ਬਾਹਰ ਬੈਠੇ ਸੀ ਨਾ ਦੀਵਾਨ ਤੋਂ ਪਹਿਲੋਂ, ਤੇ ਸਿੰਘ ਉਦੋਂ ਸਾਡੇ ਨਾਲ ਗੱਲਾਂ ਕਰਦੇ ਸੀ। ਬਚਨ ਚੱਲਿਆ ਸੀ ਗੁੜ, ਇਹ ਬਚਨ ਚੱਲ ਰਿਹਾ ਸੀ। ਪੁਰਾਣੇ ਸਮਿਆਂ ਵਿੱਚ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਕਮਾਦ ਬੀਜਦੇ, ਜਿਹਨੂੰ ਆਮ ਲੋਕ ਪੌਂਡੀ ਕਹਿੰਦੇ ਆ ਆਮ ਭਾਸ਼ਾ ਵਿੱਚ। ਘਲਾੜੇ ਚੱਲਦੇ ਆ ਤੇ ਘਰਾਂ ਦੇ ਵਿੱਚ ਸਾਧ ਸੰਗਤ ਜੀ ਆਪਣੀ ਹੈਸੀਅਤ ਮੁਤਾਬਕ, ਕਿਸੇ ਦੇ ਘਰ ਵਿੱਚ 2 ਮਣ ਗੁੜ ਹੁੰਦਾ, ਕਿਸੇ ਦੇ 3 ਹੁੰਦਾ, ਕਿਸੇ ਦੇ 4 5, ਕਿਸੇ ਦੇ 10 ਮਣ ਗੁੜ ਵੀ ਹੁੰਦਾ। ਤੇ ਉਹ ਜਦੋਂ ਗੰਨਿਆਂ ਨੂੰ ਪੱਟਿਆ ਜਾਂਦਾ, ਪੌਂਡੀ ਕਮਾਦ ਨੂੰ ਪੱਟਿਆ ਜਾਂਦਾ, ਤੇ ਆਗ ਜਿਹੜੇ ਬਚਦੇ ਛਿੱਲੜ ਉਹ ਮੱਝਾਂ ਨੂੰ, ਪਸ਼ੂਆਂ ਨੂੰ ਪਾਏ ਜਾਂਦੇ। ਉਹਦੇ ਨਾਲ ਫਿਰ ਪਸ਼ੂ ਵੀ ਤੰਦਰੁਸਤ ਰਹਿੰਦੇ ਸੀ। ਮੱਝਾਂ ਦੁੱਧ ਵਧੀਆ ਦਿੰਦੀਆਂ, ਵੱਧ ਦਿੰਦੀਆਂ ਸੀ। ਤੇ ਗੱਲ ਇਹ ਚੱਲ ਰਹੀ ਸੀ ਵੀ ਜਿਹੜਾ ਗੁੜ ਹੈ ਨਾ, ਗੁੜ, ਇੱਕ ਬਜ਼ੁਰਗ ਕਹਿ ਰਹੇ ਸੀ ਬਾਹਰ ਬੈਠੇ, ਬੜਾ ਸੋਹਣਾ ਬਚਨ ਉਹਨਾਂ ਨੇ ਕਿਹਾ। ਉਹ ਕਹਿੰਦੇ ਜੇ ਗੁੜ ਪੌਂਡੀ ਬੀਜਣੋਂ ਨਾ ਹਟਦੇ ਤੇ ਗੁੜ ਆਪਣੇ ਘਰਾਂ ਵਿੱਚ ਰਹਿੰਦਾ ਤੇ ਅੱਧੀਆਂ ਬਿਮਾਰੀਆਂ ਉਹੀ ਢਕੀਆਂ ਰਹਿੰਦੀਆਂ। ਆਖੋ ਸਤਿਨਾਮ। ਇਹ ਗੱਲ ਸੱਚ ਹੈ ਪਿਆਰਿਓ। ਅੱਜ ਮਿਲਾਵਟ ਦਾ ਸਮਾਂ ਹੋ ਗਿਆ, ਜ਼ਮਾਨਾ ਹੀ ਮਿਲਾਵਟ ਦਾ। ਜੇ ਗੁੜ ਖਰੀਦ ਲਓ ਉਹਦੇ 'ਚ ਵੀ ਮਿਲਾਵਟ ਆ, ਖੰਡ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਹ ਤਾਂ ਜ਼ਹਿਰ ਹੀ ਆ। ਦੇਖੋ ਸਾਰੀ। ਤੇ ਪੁਰਾਣੇ ਸਮਿਆਂ ਵਿੱਚ ਗੁੜ, ਇਹਨੂੰ ਸੰਗਤ ਜੀ ਚੰਗਿਆਈ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਕਿਸੇ ਦੇ ਘਰ ਵਿੱਚ ਬੱਚਾ ਪੈਦਾ ਹੁੰਦਾ, ਉਦੋਂ ਵੰਡਣਾ। ਕੀ ਵੰਡਣਾ? ਕਹਿੰਦੇ ਗੁੜ ਵੰਡੋ। ਕਿਸੇ ਦੇ ਘਰ ਵਿੱਚ ਲੜਕੇ ਲੜਕੀ ਦਾ ਸ਼ਗਨ ਪੈਣਾ, ਵਿਆਹ ਹੋਣਾ, ਉਦੋਂ ਕਹਿੰਦੇ ਮੂੰਹ ਜੁਠਾਓ ਬੱਚੇ ਦਾ। ਕਾਹਦੇ ਨਾਲ ਜੁਠਾਓ? ਕਹਿੰਦੇ ਗੁੜ ਨਾਲ ਜੁਠਾਓ। ਗੁੜ ਨੂੰ ਵੱਡਾ ਮੰਨਿਆ ਜਾਂਦਾ ਸੀ ਪਿਆਰੇ। ਤੇ ਗੁਰੂ ਘਰ ਦੇ ਵਿੱਚ ਵੀ ਸੰਗਤ ਜਦੋਂ ਆਉਂਦੀ, ਜਿੱਥੇ ਮਾਇਆ ਲੈ ਕੇ ਆਉਂਦੀ ਸੰਗਤ, ਦੁੱਧ ਸਮੁੰਦਰ ਲੈ ਕੇ ਆਉਂਦੀ, ਰਸਦ ਲੈ ਕੇ ਆਉਂਦੀ, ਉਦੋਂ ਸੰਗਤ ਗੁੜ ਵੀ ਲੈ ਕੇ ਆਉਂਦੀ। ਤੇ ਚੌਧਰੀ ਲਖਮੀਰ ਤੇ ਸ਼ਮੀਰ ਤਖਤ ਮੱਲ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਏ। ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਇੱਕ ਰੁਪਈਆ ਰੱਖਿਆ, ਇੱਕ ਭੇਲੀ ਗੁੜ ਦੀ ਰੱਖੀ। ਮਹਾਰਾਜ ਜੀਆਂ ਨੇ ਉਹਨਾਂ ਦੇ ਸਿਰ ਨੂੰ ਅਸ਼ੀਰਵਾਦ ਦਿੱਤਾ, ਪ੍ਰਸ਼ਾਦ ਵਰਤਾਇਆ, ਵੰਡਿਆ। ਚੌਧਰੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰੀ। ਬਹੁਤ ਪਿਆਰ ਵਿੱਚ ਬਹਿ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਤਿਗੁਰ ਜੀ ਤੋਂ ਬਚਨ ਸੁਣੇ, ਬਚਨ ਸੁਣੇ ਮਹਾਰਾਜ ਸਾਹਿਬ ਜੀਆਂ ਤੋਂ।
ਸਤਿਗੁਰ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਸਾਡੇ ਵੱਡੇ ਵਡੇਰੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੇਵਾਦਾਰ ਰਹੇ ਆ, ਤੇ ਚੌਧਰੀਆਂ ਨੇ ਬੇਨਤੀ ਕੀਤੀ, ਸਤਿਗੁਰ ਕਿਰਪਾ ਕਰਕੇ ਤੁਸੀਂ ਸਾਡੇ ਘਰ ਵਿੱਚ ਆਪਣੇ ਚਰਨ ਪਾਓ। ਚੌਧਰੀ ਲਖਮੀਰ ਤੇ ਸ਼ਮੀਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕੀਤੀ। ਆ ਸੰਗਤੇ ਗੌਰ ਨਾਲ ਬੇਨਤੀ ਸੁਣਿਓ। ਜਿਵੇਂ ਅੱਜ ਆਪ ਜੀ ਸਰਬੱਤ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਘਰ ਵਿੱਚ ਲੈ ਕੇ ਜਾਂਦੇ ਹੋ ਨਾ ਅੱਜ, ਤੇ ਪੁਰਾਣੇ ਸਮਿਆਂ ਵਿੱਚ ਸਾਧ ਸੰਗਤ ਜੀ ਸੰਗਤ ਪਿਆਰ ਨਾਲ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲੈ ਕੇ ਜਾਇਆ ਕਰਦੀ ਸੀ। ਬੇਨਤੀ ਕਰਦੇ, ਮਹਾਰਾਜ ਕਿਰਪਾ ਕਰਕੇ ਸਾਡੇ ਘਰ ਵਿੱਚ ਚਰਨ ਪਾਓ। ਸਾਧ ਸੰਗਤ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਅੱਜ ਦੇ ਸਮੇਂ 'ਚ ਜਿੱਥੇ ਮਹਾਰਾਜ ਵਿਰਾਜਮਾਨ ਹੋ ਜਾਣ, ਉੱਥੇ ਸਾਧ ਸੰਗਤ ਜੀ ਬਰਕਤਾਂ ਪੈ ਜਾਂਦੀਆਂ ਨੇ। 9 ਨਿਧੀਆਂ 18 ਸਿੱਧੀਆਂ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਘਰ ਵਿੱਚ ਆ ਜਾਂਦੀਆਂ ਨੇ। ਸਾਧ ਸੰਗਤ ਜੀ ਮਹਾਰਾਜ ਜਿੱਥੇ ਚਰਨ ਪਾ ਦੇਣ ਆਪਣੇ, ਜਿੱਥੇ ਮਹਾਰਾਜ ਦੇ ਚਰਨ ਪੈ ਜਾਣ, ਤੇ ਆਪਾਂ ਪੜ੍ਹਦੇ ਆਂ ਨਾ ਬਾਣੀ ਵਿੱਚ, ਬੜੇ ਨਗਰਾਂ ਵਿੱਚ ਬੜੇ ਸ਼ਹਿਰਾਂ ਵਿੱਚ ਜਦੋਂ ਬਹੁਤ ਪਿਆਰ ਵਾਲੇ ਸੂਝਵਾਨ ਗ੍ਰੰਥੀ ਸਿੰਘ ਸ਼ਾਮ ਦੇ ਸਮੇਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸਵਾਰਾ ਸੁਖ ਆਸਣ ਕਰਕੇ ਸੱਚਖੰਡ ਵਿੱਚ ਮਹਾਰਾਜ ਨੂੰ ਜਦੋਂ ਵਿਰਾਜਮਾਨ ਕਰਨ ਜਾਂਦੇ ਆ, ਉਦੋਂ ਸੰਗਤਾਂ ਪਿਆਰ ਵਿੱਚ ਫਿਰ ਸ਼ਬਦ ਪੜ੍ਹਦੀਆਂ। 18ਵਾਂ ਸ਼ੰਤ ਆਸਾ ਜੀ ਦੀ ਵਾਰ ਉਦੋਂ ਪੜ੍ਹਦੇ ਆ, ਜਿੱਥੇ ਜਾਏ ਵਹੈ ਮੇਰਾ ਸਤਿਗੁਰੂ। ਜਿਹੜੀ ਸੰਗਤ ਨੂੰ ਬਾਣੀ ਦੀਆਂ ਪੰਕਤੀਆਂ ਯਾਦ ਨੇ, ਨਾਲ ਬੋਲਿਆ ਕਰੋ ਪਿਆਰੇ। ਜਦੋਂ ਬਾਣੀ ਦੀ ਪੰਕਤੀ ਨਾਲ ਪੜ੍ਹਨੇ ਆ, ਇੱਕ ਤੇ ਇਕਾਗਰਤਾ ਜੁੜੀ ਰਹਿੰਦੀ, ਧਿਆਨ ਨਹੀਂ ਭਟਕਦਾ, ਤੇ ਦੂਸਰਾ ਜਿਹੜੀ ਜੀਵ ਤੋਂ ਜਿਹੜੀ ਰਸਨਾ ਤੋਂ ਬਾਣੀ ਦੀ ਪੰਕਤੀ ਪੜ੍ਹੀ ਜਾਂਦੀ ਆ, ਉਹ ਰਸਨਾ ਪਵਿੱਤਰ ਹੋ ਜਾਂਦੀ ਆ। ਬਾਣੀ ਪੜ੍ਹਦਿਆਂ ਗੁਰੂ ਸਾਹਿਬ ਨਾਲ ਪਿਆਰ ਬਣਦਾ। ਬਾਣੀ ਪੜ੍ਹਦੇ ਰਹੀਏ, ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਜਿਹੜੀ ਪੰਕਤੀ ਆਉਂਦੀ ਆ ਉਹ ਜਪਦੇ ਰਹੀਏ, ਗੁਰੂ ਸਾਹਿਬ ਨਾਲ ਪਿਆਰ ਬਣ ਜਾਂਦਾ। ਸਾਧ ਸੰਗਤ ਜੀ ਇਸ ਕਰਕੇ ਪੜ੍ਹਿਆ ਕਰੋ। ਮਹਾਰਾਜ ਕਹਿੰਦੇ, ਜਿੱਥੇ ਜਾਏ ਬਹੈ ਮੇਰਾ ਸੋ ਥਾਨ ਸੁਹਾਵਾ। ਉਹ ਜਗ੍ਹਾ ਸੋਹਣੀ ਹੋ ਜਾਂਦੀ ਆ ਜਿੱਥੇ ਮਹਾਰਾਜ ਜਾ ਕੇ ਆਪਣੇ ਚਰਨ ਪਾ ਦੇ। ਫਿਰ ਗੁਰਸਿੱਖਾਂ ਨੇ ਕੀ ਕੀਤਾ? ਮਹਾਰਾਜ ਕਹਿੰਦੇ, ਗੁਰਸਿੱਖੀ ਸੋ ਥਾਨ ਭਾਲਿਆ। ਤੇ ਗੁਰੂ ਜੀ ਦੇ ਪਿਆਰ ਵਾਲੇ ਸਿੱਖ ਉਹ ਜਗ੍ਹਾ ਨੂੰ ਲੱਭ ਲੈਂਦੇ ਫਿਰ ਜਿੱਥੇ ਮਹਾਰਾਜ ਚਰਨ ਪਾ ਕੇ ਵਿਰਾਜਮਾਨ ਹੁੰਦੇ ਆ। ਇਲਾਕੇ ਭਰ ਦੀਆਂ ਸੰਗਤਾਂ ਉੱਥੇ ਜਾ ਕੇ ਨਮਸਕਾਰ ਕਰਦੀਆਂ ਗੁਰੂ ਨੂੰ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉੱਥੋਂ ਦੀ ਧੂੜੀ ਲੈ ਕੇ ਸੰਗਤਾਂ ਮੁਖ ਲਾਉਂਦੀਆਂ ਪਿਆਰੇ। ਇਹ ਸਤਿਗੁਰ ਦੇ ਚਰਨ ਪੈਣ ਦਾ ਇੱਕ ਵੱਡਾ ਪ੍ਰਤਾਪ ਹੈ। ਮਹਾਰਾਜ ਕੀ ਕਹਿੰਦੇ ਬਾਣੀ 'ਚ? ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗਗੇ। ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ
ਲੱਗ ਗਏ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਪਿਆਰੇ ਜੀ 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 ਧਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਕਲੰਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਪਾਗ ਲੱਗ ਗਏ ਜਿੱਥ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਗੁਰ ਸਿੱਖੀ ਸੋ ਥਨ ਭਾਲਿਆ ਲੈ ਗੁਰਮੁਖ ਲਾਲਾ ਗੁਰ ਸਿੱਖਾਂ ਕੀ ਘਰ ਥਾਏ ਪਈ ਗੁਰ ਸਿੱਖਾਂ ਦੀ ਕਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਸਤਿਗੁਰ ਦੀ ਪੂਜਾ ਕੀਤੀ ਜਿਨ੍ਹਾਂ ਨੇ ਆਪਣੇ ਸਤਿਗੁਰ ਦੀ ਸੇਵਾ ਕੀਤੀ ਉਹਨਾਂ ਨੂੰ ਫਿਰ ਕੈਸੇ ਫਲ ਪ੍ਰਾਪਤ ਹੁੰਦੇ ਹਨ ਪਾਤਸ਼ਾਹ ਇਉਂ ਫਰਮਾ ਰਹੇ ਹਨ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਾਧ ਸੰਗਤ ਜੀ ਜਿਹੜੇ ਆਪਣੇ ਸਤਿਗੁਰ ਦੀ ਪੂਜਾ ਵਿੱਚ ਲੱਗ ਜਾਂਦੇ ਹਨ ਸਤਿਗੁਰ ਕਿਰਪਾ ਕਰਕੇ ਐਸੇ ਸਿੱਖ ਦੀ ਜਗਤ ਤੋਂ ਪੂਜਾ ਕਰਵਾ ਦਿੰਦੇ ਆ ਅੱਜ ਇਤਿਹਾਸ ਵਿੱਚ ਨਿਗਾਹ ਮਾਰ ਕੇ ਵੇਖੋ ਖਾਲਸਾ ਜੀ ਧੰਨ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਅੱਜ ਵੀ ਜਗਤ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪੂਜਾ ਕਰ ਰਿਹਾ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਵਿੱਚ ਲੱਗੇ ਅੱਜ ਵੀ ਜਗਤ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਸੇਵਾ ਹੋ ਰਹੀ ਖਾਲਸਾ ਜੀ ਹੋ ਰਹੀ ਕਿ ਨਹੀਂ ਹੋ ਰਹੀ ਸਾਧ ਸੰਗਤ ਜੀ ਬਾਬਾ ਵਿਧੀ ਚੰਦ ਸਾਹਿਬ ਪਹਿਲਾਂ ਤੇ ਚੋਰੀਆਂ ਕਰਦੇ ਹੁੰਦੇ ਸੀ ਪਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹ ਰਸਤਾ ਛਡਾ ਕੇ ਮਹਾਰਾਜ ਨੇ ਗੁਰਮਤ ਦੇ ਰਸਤੇ ਤੇ ਚਾੜਤਾ ਚੋਰੀਆਂ ਚਕਾਰੀਆਂ ਦਾ ਰਸਤਾ ਮਹਾਰਾਜ ਨੇ ਛਡਾਤਾ ਪੁੰਨ ਦਾਨ ਧਰਮ ਦਾ ਰਸਤਾ ਮਹਾਰਾਜ ਨੇ ਗ੍ਰਹਿਣ ਕਰਵਾ ਦਿੱਤਾ ਫਿਰ ਐਸੀ ਕਿਰਪਾ ਹੋਈ
ਬਾਬਾ ਵਿਧੀ ਚੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਫੌਜਾਂ ਦੇ ਕਮਾਂਡਰ ਬਣੇ ਪਿਆਰੇ। ਕੈਸੀ ਕਿਰਪਾ ਹੋਈ। ਔਰ ਇੱਥੇ ਵਸ ਨਹੀਂ, ਅੱਜ ਵੀ ਜਗਤ ਦੇ ਵਿੱਚ ਸਤਿਗੁਰ ਜੀ ਨੇ ਵਰ ਦਿੱਤਾ ਸੀ ਨਾ, ਛੇਵੇਂ ਪਾਤਸ਼ਾਹ ਨੇ, ਮਹਾਰਾਜ ਨੇ ਆਖਿਆ ਸੀ ਵਿਧੀ ਚੰਦ ਸੀਨਾ ਤੇ ਗੁਰੂ ਕਾ ਸੀਨਾ। ਵਿਧੀ ਚੰਦਾ ਤੂੰ ਸਾਡੇ ਸੀਨੇ ਵਿੱਚ ਵਸਦਾ। ਸਾਧ ਸੰਗਤ ਜੀ, ਅੱਜ ਵੀ ਧੰਨ ਬਾਬਾ ਵਿਧੀ ਚੰਦ ਸਾਹਿਬ ਜੀਆਂ ਦੇ ਨਾਂ ਤੇ ਜਗਤ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਇੱਕ ਪੰਥ ਚੱਲਦਾ ਪਿਆਰੇ। ਐਸੀ ਕਿਰਪਾ ਹੋਈ। ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗਦੇ, ਜਗਤ ਉਹਨਾਂ ਦੀ ਸੇਵਾ ਵਿੱਚ ਲੱਗਦਾ। ਚੌਧਰੀ ਲਖਮੀਰ ਸ਼ਮੀਰ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰ ਕਿਰਪਾ ਕਰਕੇ ਸਾਡੇ ਘਰ ਵਿੱਚ ਚਰਨ ਪਾਓ। ਮਹਾਰਾਜ ਸੰਗਤਾਂ ਸਮੇਤ ਉਹਨਾਂ ਦੇ ਸੱਦੇ ਤੇ ਤੁਰ ਪਏ। ਪਰ ਮਹਾਰਾਜ ਨੇ ਆਖਿਆ, ਭਾਈ ਜਿੱਥੇ ਅਸੀਂ ਵਿਸ਼ਰਾਮ ਕਰਨਾ, ਜਿੱਥੇ ਅਸੀਂ ਵਿਰਾਜਣਾ, ਇੱਕ ਗੱਲ ਦਾ ਖਿਆਲ ਰੱਖਿਓ। ਕਹਿੰਦੇ ਮਹਾਰਾਜ ਕੀ? ਸਤਿਗੁਰ ਆਖਣ ਲੱਗੇ ਚਵਾਰੇ ਦੇ ਵਿੱਚ ਵਿਰਾਜਮਾਨ ਹੋਣਾ ਸੀ, ਹੇਠਾਂ ਘਰ ਵਿੱਚ ਨਹੀਂ। ਚੌਧਰੀ ਲਖਮੀਰ ਸ਼ਮੀਰ ਦੇ ਘਰ ਦੀ ਬਜਾਏ ਫਿਰ ਇੱਕ ਤਰਖਾਣ ਸਿੱਖ ਸੀ, ਮਿਸਤਰੀ ਸਿੰਘ, ਉਹਦੇ ਘਰ ਵਿੱਚ ਚਵਾਰਾ ਬਣਿਆ ਹੋਇਆ ਸੀ। ਮਹਾਰਾਜ ਨੇ ਆਖਿਆ ਵੀ ਇਹਦੇ ਘਰ ਵਿੱਚ ਵਿਸ਼ਰਾਮ ਕਰਾਂਗੇ। ਉਹਨੇ ਆਪਣੇ ਘਰ ਵਾਲੀ ਨੂੰ ਕਿਹਾ, ਮਹਾਰਾਜ ਜੀ ਆਉਣਗੇ, ਭਗਵਾਨ ਨੇ ਚੁਬਾਰੇ ਦੀ ਸਫਾਈ ਕਰਦੇ। ਬੜੇ ਚਾਅ ਨਾਲ ਉਹਨੇ ਚੁਬਾਰੇ ਦੇ ਵਿੱਚ ਮਿੱਟੀ ਲਾਈ, ਥੱਲੇ ਤਲੀ ਦਿੱਤੀ। ਜਿਵੇਂ ਪੁਰਾਣੇ ਸਮਿਆਂ 'ਚ ਫਰਸ਼ਾਂ ਤੇ ਹੁੰਦੀਆਂ ਨਹੀਂ ਸੀ, ਬੀਬੀਆਂ ਸੰਗਤ ਜੀ ਮਿੱਟੀ ਦਿੰਦੀਆਂ, ਤਲੀ ਲਾਉਂਦੀਆਂ। ਤਲੀ ਲਾਈ, ਉਹਦੀਆਂ ਕੰਧਾਂ ਨੂੰ ਝਾੜਿਆ ਔਰ ਪਾਂਡੋ ਮਿੱਟੀ ਲੈ ਕੇ ਉਹਦੀਆਂ ਕੰਧਾਂ ਦੇ ਉੱਤੇ ਪੋਚਾ ਫੇਰਿਆ। ਬਹੁਤ ਪਿਆਰ ਵਿੱਚ ਤਿਆਰੀ ਕਰਕੇ, ਧੂਫ ਆਦਿਕ ਲਾ ਕੇ, ਆਤਰ ਫਲੇਲ ਛਿੜਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਿਰਾਜਣ ਵਾਸਤੇ ਆਸਣ ਲਾਇਆ। ਤੇ ਮਹਾਰਾਜ ਜੀ ਆਏ, ਆ ਕੇ ਸਤਿਗੁਰਾਂ ਨੇ ਆਪਣੇ ਚਰਨ ਪਾਏ। ਤਰਖਾਣ ਸਿੱਖ ਦੇ ਘਰ ਵਿੱਚ, ਉਹਦੇ ਚੁਬਾਰੇ ਵਿੱਚ ਮਹਾਰਾਜ ਜੀ ਵਿਰਾਜਮਾਨ ਹੋਏ। ਔਰ ਨਿੱਤਾ ਪ੍ਰਤੀ ਸਵੇਰ ਸ਼ਾਮ 2 ਡੰਗ ਸਤਸੰਗ ਹੋਇਆ ਕਰੇ, ਬੇਅੰਤ ਸੰਗਤ ਸਾਰਾ ਦਿਨ ਹੀ। ਸਾਧ ਸੰਗਤ ਜੀ 5-10 ਸ਼ਰੀਰ ਆ ਗਏ, ਉਹ ਗਏ ਤੇ 10 ਵੀ ਹੋਰ ਆ ਗਏ, ਫਿਰ 15 ਵੀ ਹੋਰ ਆ ਗਏ, 5-7 ਹੋਰ ਆ ਗਏ। ਸਾਰਾ ਦਿਨ ਸੰਗਤਾਂ ਦਾ ਆਉਣਾ ਜਾਣਾ ਰਿਹਾ ਕਰੇ। ਇੱਕ ਦੂਜੇ ਨੂੰ ਦੱਸਿਆ ਕਰਨ ਜਾ ਕੇ, ਜਿਹਨੂੰ ਨਹੀਂ ਪਤਾ ਸੀ, ਉਹ ਭਾਈ ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ? ਉਹ ਕਹਿੰਦਾ ਮੈਨੂੰ ਨਹੀਂ ਪਤਾ। ਉਹ ਬਈ ਜਾ ਬਈ, ਦੀਨੇ ਪਿੰਡ ਬੈਠੇ ਮਹਾਰਾਜ ਜੀ ਆਪਣੇ ਚਰਨ ਪਾ ਰਹੇ ਨੇ, ਸੰਗਤਾਂ ਦੀ ਸੇਵਾ ਲੱਗੋ ਸਾਰੇ, ਚਲੋ ਜਾ ਕੇ, ਚਲੋ ਮਹਾਰਾਜ ਦੇ ਦਰਸ਼ਨ ਕਰੋ। ਇੱਕ ਦੂਜੇ ਨੂੰ ਸੁਨੇਹਾ ਲਾਉਣਾ। ਸਾਧ ਸੰਗਤ ਜੀ, ਇੱਕ ਦੂਜੇ ਨੂੰ ਸੁਨੇਹਾ ਲਾਉਣਾ, ਇੱਕ ਦੂਜੇ ਨੂੰ ਕਹਿਣਾ, ਸਿੱਖੋ ਚਲੋ ਸਿੱਖੋ ਰਲ ਦਰਸ਼ਨ ਕਰੀਏ, ਚਲੋ ਸਿੱਖੋ ਰਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੱਖੋ ਰਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੱਖੋ ਰਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੱਖੋ ਰਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੱਖੋ ਰਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੱਖੋ ਚੱਲ ਦਰਸ਼ਨ ਕਰੀਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਰਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਰਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਰਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਰਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਚੱਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਚਲੋ ਸਿੰਘੋ ਚੱਲ ਦਰਸ਼ਨ ਪਾਈਏ, ਕਲਗੀਆਂ ਵਾਲੇ ਆਏ ਨੇ। ਕਲਗੀਆਂ ਵਾਲੇ ਆਏ ਨੇ, ਕਲਗੀਆਂ ਵਾਲੇ ਆਏ ਨੇ। ਕਲਗੀਆਂ ਵਾਲੇ ਆਏ ਨੇ, ਕਲਗੀਆਂ ਵਾਲੇ ਆਏ। ਕਲਗੀਆਂ ਵਾਲੇ ਆਏ ਨੇ, ਕਲਗੀਆਂ ਵਾਲੇ ਆਏ ਨੇ। ਸਤਿਗੁਰ ਨੇ ਦਰਸ਼ ਦਿਖਾਏ,
ਸਤਿਗੁਰ ਨੇ ਦਰਸ਼ ਦਿਖਾਏ ਸਤਿਗੁਰ ਨੇ ਦਰਸ਼ ਦਿਖਾਏ ਸਤਿਗੁਰ ਨੇ ਦਰਸ਼ ਦਿਖਾਏ ਨੇ ਸਤਿਗੁਰ ਨੇ ਦਰਸ਼ ਦਿਖਾਏ ਨੇ ਸਤਿਗੁਰ ਨੇ ਦਰਸ਼ ਦਿਖਾਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀ ਕਲਗੀਆਂ ਵਾਲੇ ਆਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਚਲੋ ਸਿੰਘੋ ਚੱਲ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਚਲੋ ਸਿੰਘੋ ਚੱਲ ਦਰਸ਼ਨ ਕਰੀਏ ਕਲਗੀਆਂ ਵਾਲੇ ਆਏ ਨੇ ਸੰਗਤ ਜੀ ਅੱਜ ਸਤਿਗੁਰ ਜੀ ਦਾ ਦੀਵਾਨ ਲੱਗਿਆ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੌਧਰੀ ਲਖਮੀਰ ਸ਼ਮੀਰ ਦੀ ਸੇਵਾ ਤੋਂ ਪ੍ਰਸੰਨ ਹੋਏ। ਮਹਾਰਾਜ ਜੀਆਂ ਨੇ ਚੌਧਰੀ ਲਖਮੀਰ ਸ਼ਮੀਰ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਨਾ ਖਾਲਸਾ ਜੀ ਮਹਾਰਾਜ ਨੇ ਆਪ ਉਹਨਾਂ ਨੂੰ ਬਚਨ ਕਿਹਾ। ਮਹਾਰਾਜ ਆਖਣ ਲੱਗੇ ਚੌਧਰੀ ਸ਼ਮੀਰ ਲਖਮੀਰ ਇਉਂ ਕਰੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਬੜੀ ਸੇਵਾ ਕਰਦੇ ਹੋ ਸੇਵਾ ਕਰਨ ਵਾਲੇ ਨੂੰ ਭਾਈ ਫਿਰ ਦਾਤ ਮਿਲਦੀ ਆ। ਮਹਾਰਾਜ ਨੇ ਬਚਨ ਕਿਹਾ ਤੁਸੀਂ ਸੇਵਾ ਕਰਦੇ ਹੋ ਤੇ ਸੇਵਾ ਕਰਨ ਵਾਲੇ ਨੂੰ ਦਾਤ ਮਿਲਦੀ ਹੈ। ਮਹਾਰਾਜ ਆਖਣ ਲੱਗੇ ਇਉਂ ਕਰੋ ਕੱਲ ਨੂੰ ਸਵੇਰੇ ਦਿਨ ਚੜ੍ਹਨ ਵੇਲੇ ਘੋੜੇ ਉੱਤੇ ਚੜ੍ਹ ਕੇ ਨਾ ਛਿਪਾ ਤੱਕ ਦਿਨ ਦੇ ਛਿਪਾ ਤੱਕ ਕਹਿੰਦੇ ਜਿੱਥੋਂ ਤੱਕ ਤੁਸੀਂ ਆਪਣਾ ਘੋੜਾ ਫੇਰ ਲਓਗੇ ਮਹਾਰਾਜ ਸਾਹਿਬ ਕਹਿੰਦੇ ਨੇ ਓਨੇ ਇਲਾਕੇ ਦਾ ਰਾਜ ਤੁਹਾਨੂੰ ਮਿਲ ਜੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਫਿਰ ਗੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ ਮਹਾਰਾਜ ਨੇ ਬਚਨ ਕਹਿਤਾ ਵੀ ਜਿੰਨੇ ਇਲਾਕੇ 'ਚ ਘੋੜਾ ਫੇਰੋਗੇ ਤੁਹਾਨੂੰ ਰਾਜ ਮਿਲ ਜਾਣਾ। ਕਹਿੰਦੇ ਜੀ ਸਤ ਵਚਨ ਆਪਣੇ ਘਰ ਵਿੱਚ ਗਏ ਬੜੇ ਚਾਅ ਵਿੱਚ ਟੱਬਰ ਪਰਿਵਾਰ ਨਾਲ ਵੀ ਗੱਲ ਕੀਤੀ। ਸੰਗਤ ਜੀ ਖੁਸ਼ੀ ਵਿੱਚ ਨੀਂਦ ਨਾ ਆਈ। ਅੰਮ੍ਰਿਤ ਵੇਲੇ ਜਾਗੇ ਇਸ਼ਨਾਨ ਕੀਤਾ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ ਔਰ ਜਦੋਂ ਦਿਨ ਚੜ੍ਹਿਆ ਘੋੜਾ ਕੀਤਾ ਤਿਆਰ ਚੌਧਰੀ ਘੋੜੇ ਤੇ ਲੱਗਿਆ ਨਾ ਚੜ੍ਹਨ। ਸਾਧ ਸੰਗਤ ਜੀ ਕੋਈ ਪਿਛਲੇ ਜਨਮਾਂ ਕਰਮਾਂ ਦਾ ਕੀਤਾ ਪਾਪ ਅੱਗੇ ਆ ਕੇ ਖਲੋ ਗਿਆ। ਅੱਗੇ ਆ ਕੇ ਖਲੋ ਗਿਆ ਕੀ ਬਣਿਆ ਜੈਤੋ ਪਿੰਡ ਗੁਰਮੁਖੋ ਚੌਧਰੀਆਂ ਦੇ ਨਾਨਕੇ ਸੀ। ਹੁਣ ਤੇ ਜੈਤੋ ਸ਼ਹਿਰ ਹੈ ਨਾ ਵੇਖੋ ਜੈਤੋ ਕੋਟਕਪੂਰਾ ਜੈਤੋ ਹੁਣ ਤੇ ਸ਼ਹਿਰ। ਉਹਨਾਂ ਜ਼ਮਾਨਿਆਂ 'ਚ ਪਿੰਡ ਹੁੰਦਾ ਸੀ ਉੱਥੇ ਇਹਨਾਂ ਦੇ ਨਾਨਕੇ ਸੀ। ਇਹਨਾਂ ਦਾ ਮਾਮਾ ਆ ਗਿਆ ਮਾਮਾ ਇਹ ਮੁਸਲਮਾਨੀ ਮੱਤ ਵਿੱਚ ਸਨ। ਮਾਮੇ ਨੇ ਆ ਕੇ ਪੁੱਛਿਆ ਕਹਿੰਦਾ ਕੀ ਗੱਲ ਵੀ ਘੋੜੇ ਤਿਆਰ ਕਰ ਰੱਖੇ ਨੇ। ਇਹਨਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਚਨ ਹੈ ਵੀ ਜਿੱਥੋਂ ਤੱਕ ਘੋੜਾ ਘੁਮਾ ਲਓਗੇ ਸਵੇਰ ਤੋਂ ਸ਼ਾਮ ਤੱਕ ਤੁਹਾਡਾ ਰਾਜ ਕਾਇਮ ਹੋ ਜਾਏਗਾ ਉੱਥੋਂ ਤੱਕ। ਸੰਗਤ ਜੀ ਉਹ ਸਖੀ ਸਰਵਰ ਦਾ ਪੁਜਾਰੀ ਸੀ। ਪੀਰ ਨਗਾਹੇ ਵਾਲਾ ਲਾਲਾਂ ਵਾਲਾ ਲੱਖ ਦਾਤਾ ਸਖੀ ਸਰਵਰ ਇਹ ਮੁੱਢ ਕਦੀਮਾਂ ਤੋਂ ਗੁਰਮੁਖੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਦੁਸ਼ਮਣ ਰਹੇ ਆ। ਅੱਜ ਵੀ ਬੜੇ ਪਿੰਡਾਂ ਵਿੱਚ ਕਈ ਅਣਜਾਣ ਤੇ ਅਨਭੋਲ ਸਿੱਖ ਜਿਨ੍ਹਾਂ ਨੂੰ ਗਿਆਨ ਨਹੀਂ। ਸੰਗਤ ਜੀ ਕਈ ਤੇ ਲਾਲਾਂ ਵਾਲੇ ਦੇ ਜਾਂਦੇ ਆ ਨਾਲੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ ਨਾਲੇ ਲਾਲਾਂ ਵਾਲੇ ਦਾ ਰੋਟ ਪਕਾਣਗੇ ਪਿਆਰੇ। ਦੋ ਵੇੜੀਆਂ 'ਚ ਪੈਰ ਧਰਨ ਵਾਲਾ ਬੰਦਾ ਡੁੱਬ ਤੇ ਭਾਵੇਂ ਜਾਵੇ ਪਰ ਤਰਨੀ ਪਾਰ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਉਹ ਆਖਣ ਲੱਗਿਆ ਓਏ ਆਪਾਂ ਸਖੀ ਸਰਵਰ ਦੇ ਪੁਜਾਰੀ ਤੁਸੀਂ ਕਿਹੜੇ ਵਹਿਮਾਂ ਭਰਮਾਂ ਵਿੱਚ ਪੈ ਗਏ ਐ ਘੋੜਾ ਘੁਮਾਉਣ ਨਾਲ ਕੋਈ 10 20 30 ਪਿੰਡਾਂ 'ਚ ਤੁਹਾਡਾ ਰਾਜ ਥੋੜਾ ਹੋ ਜਾਣਾ। ਉਹ ਆਖਣ ਲੱਗੇ ਵੀ ਸਾਡਾ ਤਾਂ ਭਰੋਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੇ ਆ ਵੀ ਮਹਾਰਾਜ ਨੇ ਕਿਹਾ ਰਾਜ ਮਿਲੇ ਫਿਰ ਮਿਲੇਗਾ। ਉਹ ਆਖਣ ਲੱਗਿਆ ਕਿਉਂ ਕਮਲੇ ਹੋਏ ਹੋ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਨਾਲ ਰਾਜ ਹੀ ਮਿਲਦਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਦਾ ਆਨੰਦਪੁਰ ਕਿਉਂ ਛੱਡਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਗੁਰਮੁਖੋ ਬੜੇ ਅੱਜ ਵੀ
ਬੜੇ ਲੋਕਾਂ ਦੇ ਮਨ ਵਿੱਚ ਇਦਾਂ ਦੇ ਕੁਤਰਕ ਪੈਦਾ ਹੁੰਦੇ ਆ ਪਿਆਰੇ। ਹੈਰਾਨੀ ਤੇ ਉਦੋਂ ਹੁੰਦੀ ਆ ਜਦੋਂ ਕਈ ਕਥਾ ਕਰਨ ਵਾਲੇ, ਕਈ ਕੀਰਤਨ ਕਰਨ ਵਾਲੇ, ਜਿਨ੍ਹਾਂ ਦੀ ਕੇਵਲ ਤੇ ਕੇਵਲ ਡਿਊਟੀ ਗੁਰੂ ਘਰ ਦੀ ਸੋਭਾ ਹੀ ਸੰਗਤ ਨੂੰ ਸੁਣਾਉਣ ਦੀ ਆ ਪਿਆਰਿਓ, ਉਹ ਕੁਤਰਕਾਂ ਕਰਨਗੇ ਬਹਿ ਕੇ। ਇੱਕ ਮੈਂ ਸੁਣਿਆ ਕਥਾ ਕਰਦਾ, ਉਹ ਕਹੀ ਜਾਵੇ, ਕਹਿੰਦਾ ਜੇ ਇਦਾਂ ਚਮਤਕਾਰ ਹੋ ਸਕਦਾ ਹੁੰਦਾ ਕੁਝ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਸਨ ਤੇ ਉਦੋਂ ਸਿੰਘਾਂ ਨੇ ਭੁੱਖੇ ਰਹਿ ਕੇ ਜੰਗ ਲੜੇ, 5-4 ਟੋਕਰੇ ਰੋਟੀਆਂ ਪ੍ਰਸ਼ਾਦਿਆਂ ਦੇ ਨਾ ਮਹਾਰਾਜ ਉੱਥੇ ਪੈਦਾ ਕਰ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਦਾਂ ਦੀਆਂ ਕੁਤਰਕਾਂ ਕਥਾ ਕਰਨ ਵਾਲੇ ਕਰਦੇ ਆ, ਕੀਰਤਨ ਕਰਨ ਵਾਲੇ, ਜਿਨ੍ਹਾਂ ਦੀ ਡਿਊਟੀ ਕੀ ਆ? ਜਿਨ੍ਹਾਂ ਦੀ ਡਿਊਟੀ ਕੇਵਲ ਤੇ ਕੇਵਲ ਗੁਰੂ ਘਰ ਦੀ ਸੋਭਾ ਸੰਗਤ ਨੂੰ ਸੁਣਾਣੀ। ਤੇ ਪਿਆਰ ਵਾਲੇ ਹਮੇਸ਼ਾ ਹੀ ਇਹ ਕਹਿੰਦੇ, ਸੱਚੇ ਪਾਤਸ਼ਾਹ ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, 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 ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾ, ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾ, ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ, ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ, ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ, ਵਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ। ਜੋ ਵੀ ਕੁਝ ਮਿਲ ਜੇ ਮੈਨੂੰ, ਜੋ ਵੀ ਕੁਝ ਮਿਲ ਜੇ, ਜੋ ਵੀ ਕੁਝ ਮਿਲ ਜੇ ਇਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਇਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਥੋਂ ਝੋਲੀ ਵਿੱਚ ਪਾਈ ਜਾਵਾਂ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, 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 ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਸਾਧ ਸੰਗਤ ਜੀ, ਇਹਦੇ ਮਾਮੇ ਨੇ ਜਿਹੜਾ ਸਖੀ ਸਰਵਰ ਦਾ ਪੁਜਾਰੀ ਸੀ, ਬੜਾ ਕਲੇਸ਼ ਕੀਤਾ। ਆਖਣ ਲੱਗਿਆ, ਜਿਹੜੇ ਸੰਤ ਮਹੰਤ ਹੁੰਦੇ ਆ ਨਾ, ਪੀਰ ਫਕੀਰ, ਇਤਿਹਾਸ ਵਿੱਚ ਇਉਂ ਹੀ ਬਚਨ ਲਿਖਿਆ ਜਿਵੇਂ ਮੈਂ ਤੁਹਾਨੂੰ ਸੁਣਾਉਣ ਲੱਗਿਆ ਪਿਆ। ਗ੍ਰੰਥਾਂ ਵਿੱਚ ਵਿਦਵਾਨਾਂ ਨੇ ਲਾਈਨ ਇਵੇਂ ਹੀ ਲਿਖੀ ਆ, ਆਖਿਆ ਜਿਹੜੇ ਸਾਧੂ ਸੰਤ, ਪੀਰ ਫਕੀਰ, ਗੁਰੂ ਪੈਗੰਬਰ ਹੁੰਦੇ ਆ ਨਾ, ਇਹਨਾਂ ਦਾ ਸੁਭਾਅ ਹੁੰਦਾ ਵੀ ਇਹ ਵੱਧ ਘੱਟ ਬੋਲਦੇ ਰਹਿੰਦੇ ਨੇ, ਇਹਨਾਂ ਦੀ ਗੱਲ ਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਮਲਿਆ, ਜੇ ਉਹ ਕੁਝ ਦੇ ਸਕਦੇ ਹੁੰਦੇ ਆਪ ਦਾ ਆਨੰਦਪੁਰ ਨਾ ਰੱਖ ਲੈਂਦੇ।
ਸੰਗਤ ਜੀ ਫੇਰ ਵੀ ਚੌਧਰੀਆਂ ਨੇ ਨਾ ਸਤਿਗੁਰ ਦੇ ਬਚਨਾਂ ਤੇ ਭਰੋਸਾ ਰੱਖਿਆ ਤੇ ਮਾਮੇ ਦੇ ਵਿਰੋਧ ਕਰਕੇ ਆਖਣ ਲੱਗੇ, ਕਹਿੰਦੇ ਮਾਮਾ ਇਉਂ ਦੱਸ, ਜੇ ਘੋੜੇ ਉੱਤੇ ਚੜ ਕੇ ਗੇੜਾ ਦੇ ਲਾਂਗੇ, ਕਹਿੰਦੇ ਨੁਕਸਾਨ ਤੇ ਕੋਈ ਨਹੀਂ, ਮੁਨਾਫਾ ਭਾਵੇਂ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੁਕਸਾਨ ਤਾਂ ਕੋਈ ਨਹੀਂ ਨਾ ਜੇ ਗੇੜਾ ਦੇ ਲਾਂਗੇ। ਉਹ ਕਹਿੰਦਾ ਤੁਸੀਂ ਵਹਿਮਾਂ 'ਚ ਪੈਂਦੇ ਹੋ। ਇਹਨਾਂ ਨੇ ਸੰਗਤ ਜੀ ਆਪ ਦੇ ਪਿੰਡ ਦੇ ਉੱਪਰ ਦੀ ਗੇੜਾ ਕੱਟ ਲਿਆ। ਪਿੰਡ ਦੇ ਉੱਪਰ ਦੀ ਗੇੜਾ ਕੱਟ ਕੇ ਬਸ ਅੱਧੇ ਘੰਟੇ 'ਚ ਵਾਪਸ ਆ ਗਏ। ਮਹਾਰਾਜ ਨੇ ਆਖਿਆ ਸੀ ਦਿਨ ਚੜ੍ਹਦੇ ਤੋਂ ਲੈ ਕੇ ਸ਼ਾਮ ਤੱਕ ਜਿੱਥੋਂ ਤੱਕ ਤੁਸੀਂ ਘੋੜਾ ਫੇਰ ਲਓਗੇ ਚੌਧਰੀਓ ਤੁਹਾਡਾ ਰਾਜ ਕਾਇਮ ਹੋ ਜਾਏਗਾ। ਅੱਧੇ ਕ ਘੰਟੇ 'ਚ ਪਿੰਡ ਦੀ ਜੂਹ ਤੋਂ ਦੀ ਗੇੜਾ ਲਾ ਕੇ ਵਾਪਸ ਆ ਗਏ। ਸ਼ਾਮ ਦਾ ਸਮਾਂ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਮੱਥਾ ਟੇਕ ਕੇ ਬਹਿ, ਮਹਾਰਾਜ ਸਾਹਿਬ ਆਖਣ ਲੱਗੇ, ਕਹਿੰਦੇ ਆ ਗਏ ਬਈ? ਹਾਂਜੀ ਮਹਾਰਾਜ ਆ ਗਏ। ਸਤਿਗੁਰ ਆਖਣ ਲੱਗੇ, ਕਹਿੰਦੇ ਘੋੜਾ ਫੇਰਤਾ? ਕਹਿੰਦੇ ਸੱਚੇ ਪਾਤਸ਼ਾਹ ਸਾਡੇ ਮਾਮੇ ਨੇ ਬਹੁਤਾ ਕਲੇਸ਼ ਕੀਤਾ। ਕਹਿੰਦੇ ਫੇਰ? ਆਖਣ ਲੱਗੇ ਸਤਿਗੁਰ ਜੀ ਪਿੰਡ ਦੇ ਉੱਪਰ ਦੀ ਪਿੰਡ ਦੀ ਜੂਹ ਦੇ ਵਿੱਚ ਗੇੜਾ ਦੇ ਕੇ ਨਾ ਘੋੜੇ ਨਾਲ ਵਾਪਸ ਆ ਗਏ। ਮਹਾਰਾਜ ਆਖਣ ਲੱਗੇ ਚੌਧਰੀਓ ਅਸੀਂ ਤੇ ਤੁਹਾਨੂੰ ਅੱਜੇ ਹੀ ਇੱਕ ਬਹੁਤ ਵੱਡੇ ਰਾਜ ਦੇ ਮਾਲਕ ਬਣਾਉਣਾ ਚਾਹੁੰਦੇ ਸੀ, ਪਰ ਕਹਿੰਦੇ ਤੁਹਾਡਾ ਬਹੁਤਾ ਭਰੋਸਾ ਨਾ ਰਿਹਾ, ਪਿੰਡ ਦੇ ਉੱਪਰ ਦੀ ਗੇੜਾ ਕੱਟਿਆ। ਮਹਾਰਾਜ ਸਾਹਿਬ ਕਹਿੰਦੇ ਫਿਰ ਕਿਰਪਾ ਵੀ ਓਨੀ ਕੁ ਹੋਏਗੀ, ਇਸ ਪਿੰਡ ਦੇ ਹਮੇਸ਼ਾ ਹੀ ਤੁਸੀਂ ਮਾਲਕ ਰਹੋਗੇ ਤੇ ਤੁਹਾਨੂੰ ਕਿਸੇ ਨੂੰ ਟੈਕਸ ਨਹੀਂ ਦੇਣਾ ਪਏਗਾ। ਆਖੋ ਸਤਨਾਮ। ਚੌਧਰੀ ਲਖਮੀਰ ਸ਼ਮੀਰ ਦੀ ਔਲਾਦ ਅੱਜ ਤੱਕ ਗੁਰਮੁਖੋ ਉਸ ਪਿੰਡ ਦੀ ਮਾਲਕ ਹੈ। ਅੱਛਾ ਜਦੋਂ ਰਾਤ ਪਈ, ਅਗਲਾ ਦਿਨ ਚੜਿਆ, ਆਪ ਮਨ ਵਿੱਚ ਖਿਆਲ ਕਰਦੇ ਚੌਧਰੀ ਲਖਮੀਰ ਸ਼ਮੀਰ ਆਪਣੇ ਮਾਮੇ ਦੀ ਨਾ ਮੰਨਦੇ, ਜੇ ਗੁਰੂ ਦੀ ਮੰਨ ਲੈਂਦੇ, ਜੇ ਆਪਣੇ ਮਾਮੇ ਦੀ ਨਾ ਮੰਨਦੇ ਗੁਰੂ ਦੀ ਮੰਨ ਲੈਂਦੇ। ਸਾਧ ਸੰਗਤ ਜੀ ਕਈ ਬੰਦੇ ਸਤਿਗੁਰ ਜੀ ਦੀ ਬਚਨ ਪਹਿਲੀ ਵਾਰੀ ਬਚਨ ਮੰਨ ਲੈਂਦੇ ਆ, ਤੇ ਕਈ ਉਦੋਂ ਮੰਨਦੇ ਆ ਗੁਰਮੁਖੋ ਜਦੋਂ ਵੇਲਾ ਬੀਤ ਜਾਂਦਾ। ਅਬ ਪਛਤਾਏ ਕਿਆ ਹੋਤਾ ਜਬ ਚਿੜੀਆਂ ਚੁਗ ਗਈ ਖੇਤ। ਸਾਧ ਸੰਗਤ ਜੀ ਸੋਚਦੇ ਆ ਜੇ ਮਹਾਰਾਜ ਦੀ ਮੰਨ ਲੈਂਦੇ ਸੌਖੇ ਰਹਿੰਦੇ, ਰਾਜ ਮਿਲ ਜਾਣਾ ਸੀ। ਕਹਿਣ ਲੱਗੇ ਕੋਈ ਗੱਲ ਨਹੀਂ, ਕੱਲ ਨੂੰ ਫੇਰ ਚੱਲੋ ਮਹਾਰਾਜ ਦੇ ਚਰਨਾਂ 'ਚ। ਪਿਆਰ ਬੜਾ ਗੁਰੂ ਸਾਹਿਬ ਨਾਲ। ਚੌਧਰੀ ਲਖਮੀਰ ਸ਼ਮੀਰ ਫਿਰ ਸਤਿਗੁਰ ਦੇ ਚਰਨਾਂ ਵਿੱਚ ਪਹੁੰਚੇ, ਜਾ ਕੇ ਜਥਾਜੋਗ ਭੇਟਾ ਰੱਖੀ, ਮਾਇਆ ਅਰਪਣ ਕੀਤੀ, ਸਤਿਗੁਰ ਦੇ ਦਰਬਾਰ ਵਿੱਚ ਬਹਿ ਕੇ ਹਾਜ਼ਰੀ ਭਰੀ। ਔਰ ਸਤਿਗੁਰ ਜੀ ਉਸ ਵਕਤ ਪ੍ਰਸ਼ਾਦਾ ਛਕਣ ਲੱਗੇ ਨਾ, ਜਦੋਂ ਚੌਧਰੀ ਲਖਮੀਰ ਤੇ ਸ਼ਮੀਰ ਸਤਿਗੁਰ ਜੀ ਦੇ ਕੋਲ ਬੈਠੇ, ਮਹਾਰਾਜ ਨੂੰ ਨਾ ਚੌਧਰੀ ਇਉਂ ਪੱਖੀ ਦੀ ਝੱਲ ਮਾਰ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕ ਰਹੇ ਸੀ। ਸੇਵਾ ਕਰਨੀ ਹੁੰਦੀ ਆ ਪਿਆਰਿਓ, ਜਿੰਨੀ ਸੇਵਾ ਕਰਾਂਗੇ ਓਨੀ ਭਾਵਨਾ ਸ਼ੁੱਧ ਹੋਏਗੀ, ਤੇ ਜਿੰਨੀ ਭਾਵਨਾ ਸ਼ੁੱਧ ਹੋਏਗੀ ਕਿਸੇ ਵੀ ਬੰਦੇ ਦੀ ਲਾ ਲਓ ਪਿਆਰਿਓ, ਜਿੰਨੀ ਕਿਸੇ ਦੀ ਭਾਵਨਾ ਸ਼ੁੱਧ ਹੋਏਗੀ ਓਨਾ ਹੀ ਸੰਗਤ ਜੀ ਉਹਨੂੰ ਫਲ ਮਿਲੇਗਾ। ਹੁਣ ਸੇਵਾ ਤੇ ਪ੍ਰਿਥੀ ਚੰਦ ਵੀ ਬਹੁਤ ਕਰਦਾ ਸੀ। ਸਵਾਲ ਹੈ, ਸੇਵਾ ਤਾਂ ਪ੍ਰਿਥੀ ਚੰਦ ਵੀ ਬਹੁਤ ਕਰਦਾ ਸੀ ਪਿਆਰਿਓ, ਪਰ ਅਸਲ ਵਿੱਚ ਉਹਦੀ ਭਾਵਨਾ ਬੜੀ ਗੰਦੀ ਸੀ, ਅੰਦਰੋਂ ਭਾਵਨਾ ਗਲਤ ਸੀ। ਸੇਵਾ ਕਰਦਾ ਸੀ, ਸੰਗਤ ਨੂੰ ਮਿਲਦਾ ਸੀ, ਤੇ ਮਨ ਵਿੱਚ ਭਾਵਨਾ ਕੀ ਰੱਖਦਾ ਸੀ? ਮਨ ਵਿੱਚ ਭਾਵਨਾ ਰੱਖਦਾ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਕਦੋਂ ਸੱਚਖੰਡ ਜਾਣ, ਕਦੋਂ ਗੁਰਪੁਰੀ ਪਿਆਨਾ ਕਰਨ, ਤੇ ਕਦੋਂ ਮੈਂ ਗੱਦੀ ਦਾ ਮਾਲਕ ਬਣਾ। ਸਾਧ ਸੰਗਤ ਜੀ ਅੱਜ ਦੇ ਜ਼ਮਾਨੇ 'ਚ ਵੀ ਬੜੇ ਇਦਾਂ ਦੇ ਪੁੱਤ ਹੁੰਦੇ ਆ, ਕਈ ਮੈਂ ਪੁੱਤ ਨਾ ਕਵਾਂ ਗੁਰਮੁਖੋ, ਉਹਨਾਂ ਨੂੰ ਕਪੁੱਤ ਕਵਾਂ। ਕਈ ਨਾ ਆਪਣੇ ਮਾਪਿਆਂ ਦੇ ਬਾਰੇ ਸੋਚਦੇ ਰਹਿੰਦੇ ਆ ਵੀ ਸਾਡਾ ਬਜ਼ੁਰਗ ਜੇ ਚਲਾਣਾ ਕਰ ਜੇ ਤੇ ਜ਼ਮੀਨ ਸਾਰੀ ਮੈਂ ਮਾਲਕ ਬਣ ਜਾ। ਸਾਧ ਸੰਗਤ ਜੀ ਹੁਣ ਚੌਧਰੀ ਲਖਮੀਰ ਸ਼ਮੀਰ ਮਹਾਰਾਜ ਨੂੰ ਪੱਖੀ ਦੀ ਝੱਲ ਮਾਰਦੇ ਸੇਵਾ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਜਦੋਂ ਮਹਾਰਾਜ ਪ੍ਰਸ਼ਾਦਾ ਛਕ ਰਹੇ ਸੀ ਨਾ, ਤੇ ਮਨ ਵਿੱਚ ਭਾਵਨਾ ਬਣ ਗਈ, ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ,
ਸਤਿਗੁਰ ਕਿਰਪਾ ਕਰਕੇ ਤੁਹਾਡਾ ਸੀਤ ਪ੍ਰਸਾਦ ਸਾਨੂੰ ਦੇ ਦਿਓ। ਸੀਤ ਪ੍ਰਸਾਦ ਇਹ ਕੀ ਹੁੰਦਾ ਪਿਆਰਿਓ? ਆਮ ਬੰਦਾ ਜਦੋਂ ਕੁਝ ਖਾਂਦਾ ਪੀਂਦਾ ਹੈ, ਪਦਾਰਥ ਛੱਡ ਦੇਵੇ, ਆਪਾਂ ਕਹਿੰਦੇ ਆ ਝੂਠਾ, ਉਹਨੂੰ ਕਹੀਦਾ ਝੂਠਾ। ਪਰ ਜਦੋਂ ਕੋਈ ਪੀਰ ਪੈਗੰਬਰ ਗੁਰੂ ਮਾਇਆਨਾਥ ਹਸਤੀ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਵੇ, ਉਹ ਕੁਝ ਪਦਾਰਥ ਖਾਂਦਾ ਹੋਵੇ, ਛਕਦਾ ਹੋਵੇ, ਪੀਂਦਾ ਹੋਵੇ, ਗ੍ਰਹਿਣ ਕਰਦਾ ਹੋਵੇ, ਕੁਝ ਪਦਾਰਥ ਬਚ ਜਾਵੇ, ਉਹਨੂੰ ਕਹੀਦਾ ਸੀਤ ਪ੍ਰਸਾਦ। ਜਿਵੇਂ ਜਦੋਂ ਆਪਾਂ ਅਰਦਾਸ ਕਰਨੇ ਆ ਨਾ, ਕਿਤੇ ਵੀ ਕਰਨੇ ਆ, ਵੇਖੋ ਜਦੋਂ ਆਪਾਂ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਬਣ ਕੇ ਆਈ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਬਣ ਕੇ ਆਈ ਹੋਵੇ, ਤੇ ਜਦੋਂ ਗ੍ਰੰਥੀ ਸਿੰਘ ਅਰਦਾਸ ਕਰਦਾ, ਕਹਿੰਦਾ ਫਿਰ ਅਰਦਾਸ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰੋ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕਸਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਕਈ ਚਾਰਕ ਕਿਤਾਬਾਂ ਪੜ੍ਹ ਕੇ ਬੰਦੇ ਕੁਤਰਕ ਕਰਦੇ ਆ। ਕਈ ਪਤਾ ਕੀ ਕਹਿੰਦੇ ਆ, ਇਹ ਨਹੀਂ ਕਹਿਣਾ ਚਾਹੀਦਾ ਭੋਗ ਲੱਗੇ, ਕੀ ਕਹਿਣਾ ਚਾਹੀਦਾ? ਕਹਿੰਦੇ ਇਉਂ ਕਹਿਣਾ ਚਾਹੀਦਾ ਦਰ ਪ੍ਰਵਾਨ ਹੋਵੇ। ਜੇ ਪੁੱਛੀਏ ਵੀ ਭੋਗ ਲੱਗੇ ਕਿਉਂ ਨਹੀਂ ਕਹਿਣਾ ਚਾਹੀਦਾ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਹੜਾ ਮੁਖ ਲੱਗਿਆ ਵੀ ਭੋਗ ਪ੍ਰਸ਼ਾਦ ਉਹਨਾਂ ਨੇ ਛਕਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਉਹਨਾਂ ਨੂੰ ਮੋੜ ਕੇ ਜਦੋਂ ਸਵਾਲ ਕਰੀਦਾ ਵੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੂੰਹ ਨਹੀਂ ਲੱਗਿਆ, ਤੁਸੀਂ ਕਹਿੰਦੇ ਹੋ ਤੁਹਾਡੇ ਕਹਿਣ ਮੁਤਾਬਕ, ਜੇ ਗੁਰੂ ਗ੍ਰੰਥ ਸਾਹਿਬ ਦੇ ਮੂੰਹ ਨਹੀਂ ਲੱਗਿਆ ਵੀ ਉਹਨਾਂ ਨੇ ਕਿਹੜਾ ਖਾਣਾ ਛਕਣਾ ਹੈ, ਇਉਂ ਦੱਸੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਜਦੋਂ ਉੱਚੀ ਉੱਚੀ ਬੋਲ ਬੋਲ ਅਰਦਾਸਾਂ ਕਰਦੇ ਹੋ, ਮਹਾਰਾਜ ਆ ਚਾਹੀਦਾ, ਆ ਦਿਓ, ਆ ਦਿਓ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੰਨ ਕਿਹੜਾ ਲੱਗੇ ਨੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਮੁਖ ਨਹੀਂ ਲੱਗਿਆ ਤੇ ਕੰਨ ਵੀ ਨਹੀਂ ਲੱਗੇ ਫਿਰ ਮਹਾਰਾਜ ਦੇ। ਪਰ ਨਹੀਂ ਪਿਆਰਿਓ, ਇਹ ਤੇ ਸਾਡੀਆਂ ਅੱਖਾਂ ਵੇਖਣ ਵਾਲੀਆਂ ਨੇ। ਬੋਲਿਆ ਰੱਬ ਤੇਰੇ ਤੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਰੂਪ ਨੇ ਗੁਰਮੁਖ, ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਤੇ ਕਲਯੁਗ ਦੇ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਹਿੰਦੇ ਆ ਜੁਗੋ ਜੁਗ ਅਟਲ। ਆਪਾਂ ਸਤਿਗੁਰ ਦੀ ਸੋਭਾ ਵਿੱਚ ਸ਼ਬਦ ਵਰਤਦੇ ਆ, ਗੁਰਮੁਖੋ ਚਵਰਾ ਤਖਤਾਂ ਔਰ ਛਤਰਾਂ ਦੇ ਮਾਲਕ। ਇਸ ਕਰਕੇ ਪਿਆਰ ਵਾਲੇ ਕਹਿੰਦੇ ਸੱਚੇ ਪਾਤਸ਼ਾਹ ਭੋਗ ਲਾਓ, ਭੋਗ ਲਾਓ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕਸਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ, 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 ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ। ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ। ਅਨਕ ਪ੍ਰਕਾਰ ਭੋਜਨ ਬਹੁ ਕੀਏ, 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 ਬਹੁ ਵਿੰਜਨ ਮਿਸਟਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ ਜੀ,
ਹੁਣ ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਲਾਭ ਭੋਗ ਹਰ ਰਾਏ, ਹੁਣ ਲਾਭ ਭੋਗ ਹਰ ਰਾਏ। ਸਾਧ ਸੰਗਤ ਜੀ ਉਹਨੂੰ ਕਹਿੰਦੇ ਸੀਤ ਪ੍ਰਸਾਦ। ਗ੍ਰੰਥੀ ਸਿੰਘ ਜਦੋਂ ਅਰਦਾਸ ਕਰੇਗਾ ਨਾ, ਕਹੇਗਾ ਮਹਾਰਾਜ ਕਿਰਪਾ ਕਰਕੇ ਭੋਗ ਲਾਓ, ਸੀਤ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਵਣ ਦੀ ਆਗਿਆ ਬਖਸ਼ੋ। ਤੇ ਚੌਧਰੀਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਮਹਾਰਾਜ ਪ੍ਰਸ਼ਾਦਾ ਛਕ ਰਹੇ ਸੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਤੁਹਾਡਾ ਸੀਤ ਪ੍ਰਸ਼ਾਦ ਸਾਨੂੰ ਦੇ ਦਿਓ। ਮਹਾਰਾਜ ਨੇ ਬੇਨਤੀ ਮੰਨੀ, ਥਾਲ ਵਿੱਚੋਂ ਪ੍ਰਸ਼ਾਦਾ ਛਕਦੇ ਛਕਦੇ ਤੇ ਮਹਾਰਾਜ ਨੇ ਥਾਲ ਉਦੋਂ ਹੀ ਛੱਡ ਦਿੱਤਾ। ਮਹਾਰਾਜ ਕਹਿੰਦੇ ਲੈ ਲਓ, ਛਕ ਲਓ। ਥਾਲ ਲੈ ਲਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਥੇ ਛਕਾਂਗੇ ਤੇ ਇਕੱਲੇ ਹੀ ਛਕਾਂਗੇ, ਆਗਿਆ ਦਿਓ ਤੁਹਾਡਾ ਸੀਤ ਪ੍ਰਸਾਦ ਘਰ ਵਿੱਚ ਲੈ ਜਾਈਏ, ਸਤਿਗੁਰੂ ਜੀ ਸਾਰਾ ਟੱਬਰ ਛਕ ਲੇਗਾ। ਮਹਾਰਾਜ ਆਖਣ ਲੱਗੇ ਓਏ ਇੱਥੇ ਛਕ ਲਓ ਭਾਈ, ਠੀਕ ਹੈ। ਕਹਿੰਦੇ ਨਹੀਂ ਮਹਾਰਾਜ। ਸਤਿਗੁਰੂ ਨੇ ਤੀਜੀ ਵਾਰ ਫੇਰ ਵਚਨ ਕਿਹਾ ਇੱਥੇ ਛਕ ਲਓ। ਕਹਿੰਦੇ ਮਹਾਰਾਜ ਘਰ ਵਿੱਚ ਲਿਜਾਣ ਦੀ ਆਗਿਆ ਦਿਓ। ਮਹਾਰਾਜ ਕਹਿੰਦੇ ਆਗਿਆ ਤੇ ਚਲੋ ਹੈ, ਜੇ ਵਚਨ ਮੰਨ ਲੈਂਦੇ ਇੱਥੇ ਛਕ ਲੈਂਦੇ ਠੀਕ ਸੀ। ਕਹਿੰਦੇ ਮਹਾਰਾਜ ਲੈ ਜਾਣ ਜੋ। ਸਤਿਗੁਰੂ ਕਹਿੰਦੇ ਲੈ ਜਾਓ। ਸੰਗਤ ਜੀ ਆਪਣੇ ਸੇਵਾਦਾਰਾਂ ਨੂੰ ਕਹਿ ਕੇ ਥਾਲ ਚੁਕਵਾ ਲਿਆ, ਨੌਕਰਾਂ ਨੂੰ। ਘਰ ਵਿੱਚ ਪਹੁੰਚੇ, ਜੈਤੋ ਵਾਲਾ ਮਾਮਾ ਅਜੇ ਘਰ ਵਿੱਚ ਹੀ ਬੈਠਾ ਸੀ। ਥਾਲ ਲੈ ਕੇ ਆਂਦਾ ਗੁਰਮੁਖੋ ਬੜੇ ਪਿਆਰ ਨਾਲ, ਸਿਰ ਦੇ ਉੱਪਰ ਚੁੱਕ ਕੇ ਲੈ ਕੇ ਗਏ ਚੌਧਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸੀਤ ਪ੍ਰਸਾਦ ਸੀਸ ਉੱਪਰ ਚੁੱਕ ਕੇ ਲੈ ਕੇ। ਇੰਨਾ ਮਾਨ ਕੀਤਾ ਮਹਾਰਾਜ ਜੀਆਂ ਦਾ। ਵੇਖੋ ਸਾਧ ਸੰਗਤ ਜੀ, ਘਰ ਵਿੱਚ ਪਹੁੰਚੇ, ਮਾਮਾ ਪੁੱਛਦਾ, ਕਹਿੰਦੇ ਇਹ ਕੀ ਆ? ਕਹਿੰਦੇ ਮਹਾਰਾਜ ਜੀਆਂ ਦਾ ਸੀਤ ਪ੍ਰਸਾਦ। ਓਏ ਕਮਲਿਓ, ਜੂਠਾ ਖਾਓਗੇ ਹੁਣ ਤੁਸੀਂ, ਸਿੱਖ ਦਾ ਜੂਠਾ ਖਾਓਗੇ, ਤੁਹਾਡਾ ਤਾਂ ਜਨਮ ਭ੍ਰਿਸ਼ਟ ਹੋ ਜਾਣਾ। ਇਹਨਾਂ ਦੇ ਘਰ ਵਾਲੀ ਨੇ ਵੀ ਬੜਾ ਰੰਧ ਪਾਇਆ, ਕਲੇਸ਼ ਖੜਾ ਕਰਤਾ, ਨਹੀਂ ਖਾਣਾ ਅਸੀਂ, ਨਾ ਤੁਹਾਨੂੰ ਖਾਣ ਦੇਣਾ। ਸਾਧ ਸੰਗਤ ਜੀ ਕੁਦਰਤ ਐਸੀ ਬਣੀ, ਰੌਲਾ ਪੈਂਦਿਆਂ ਪੈਂਦਿਆਂ ਨਾ ਇਹਨਾਂ ਦੇ ਘਰ ਵਿੱਚ 2-3 ਨਿੱਕੀਆਂ ਨਿੱਕੀਆਂ ਬੱਚੀਆਂ ਸਨ। ਕਿਉਂਕਿ ਮਹਾਰਾਜ ਦਾ ਸੀਤ ਪ੍ਰਸਾਦ ਸੀ, ਉਹਦੇ ਵਿੱਚ ਕੜਾਹ ਪ੍ਰਸ਼ਾਦ ਵੀ ਸੀ, ਮਿੱਠਾ ਪਦਾਰਥ ਸੀ। ਉਹਨਾਂ ਬੱਚੀਆਂ ਨੇ, ਗੁਰਮੁਖੋ ਗੌਰ ਨਾਲ ਬੇਨਤੀ ਸੁਣਿਓ ਹੁਣ ਮੇਰੀ ਧਿਆਨ ਨਾਲ, ਉਹਨਾਂ ਬੱਚੀਆਂ ਨੇ ਚੋਰੀਓਂ ਇਹ ਘਰ ਵਿੱਚ ਲੜਦੇ ਰਹੇ ਆਪਸ ਵਿੱਚ, ਤੇ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਗੁਰਮੁਖੋ ਉਹਦੇ ਵਿੱਚੋਂ ਬੁਰਕੀ ਬੁਰਕੀ ਸਤਿਗੁਰੂ ਦਾ ਸੀਤ ਪ੍ਰਸਾਦ ਛਕ ਲਿਆ। ਰੌਲਾ ਪੈਂਦਾ ਰਿਹਾ, ਕਹਿੰਦੇ ਕਰੀਏ ਕੀ ਫਿਰ? ਕਹਿੰਦਾ ਸਿੱਟੋ। ਮਾਮਾ ਕਹਿੰਦਾ ਸਿੱਟੋ। ਚੌਧਰੀ ਆਖਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸਾਦ ਆ, ਇਹਦੀ ਬੇਅਦਬੀ ਨਹੀਂ ਕਰਨੀ, ਸੁੱਟਣਾ ਨਹੀਂ। ਇਉਂ ਕਰੋ, ਕਹਿੰਦੇ ਫਿਰ ਟੋਆ ਪੁੱਟ ਕੇ ਧਰਤੀ 'ਚ ਦੱਬ ਦਿਓ, ਪਰ ਤੁਹਾਨੂੰ ਖਾਣ ਨਹੀਂ ਦੇਣਾ ਸੀ। ਸੰਗਤ ਜੀ, ਇਹਨਾਂ ਦੇ ਮਾਮੇ ਨੇ ਖੁਦ ਟੋਆ ਪਟਿਆ, ਧਰਤੀ ਦੇ ਵਿੱਚ ਦੱਬ ਦਿੱਤਾ। ਕੀ ਦੱਬਿਆ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸਾਦ ਧਰਤੀ ਵਿੱਚ ਦੱਬ ਦਿੱਤਾ, ਟੱਬਰ ਨੂੰ ਖਾਣ ਨਹੀਂ ਦਿੱਤਾ। ਸੰਗਤ ਜੀ, ਬੜੇ ਨਮੋਸ਼ੀ ਵਿੱਚ ਚੌਧਰੀ ਆਪਣੇ ਮੰਜਿਆਂ ਤੇ ਪੈ ਗਏ, ਚਿੰਤਾ ਕਰਦੇ ਮਨ ਵਿੱਚ। ਸਤਿਗੁਰ ਨੇ ਆਖਿਆ ਸੀ ਇੱਥੇ ਛਕ ਲਓ, ਜੇ ਛਕ ਲੈਂਦੇ ਤੇ ਚੰਗੇ ਰਹਿੰਦੇ। ਤਰਲੋਕੀ ਦਾ ਗਿਆਨ ਹੋ ਜਾਣਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੂਠਾ ਸੀਤ ਪ੍ਰਸਾਦ ਆਪਾਂ ਛਕ ਲੈਂਦੇ। ਅਗਲਾ ਦਿਨ ਚੜ੍ਹਿਆ, ਬੜੇ ਦਿਲਗੀਰ ਜੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਮਹਾਰਾਜ ਨੇ ਚਿਹਰਾ ਪੜ੍ਹ ਕੇ ਵਚਨ ਆਖਿਆ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਧ ਸੰਗਤ ਜੀ, ਹਰ ਇੱਕ ਚੀਜ਼ ਦੀ ਮਰਜ਼ਾਦਾ ਹੁੰਦੀ ਹੈ। ਸਤਿਗੁਰੂ ਜੀ ਦਾ ਪ੍ਰਸ਼ਾਦ ਛਕਣਾ, ਉਹਦੀ ਵੀ ਮਰਜ਼ਾਦਾ ਪਿਆਰਿਓ। ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਨਾ, ਜਿਵੇਂ ਇੱਕ ਤੇ ਨੰਗੇ ਸਿਰ ਵਾਲੇ ਨੂੰ ਪ੍ਰਸ਼ਾਦ ਨਹੀਂ ਮਿਲ ਸਕਦਾ, ਇੱਕ ਜਿਹਦੇ ਪੈਰਾਂ ਵਿੱਚ ਜੋੜਾ ਪਹਿਨਿਆ ਹੋਵੇ ਉਹਨੂੰ ਪ੍ਰਸ਼ਾਦ ਨਹੀਂ ਮਿਲ ਸਕਦਾ, ਤੇ ਖੜ ਕੇ ਪ੍ਰਸ਼ਾਦ ਨਹੀਂ ਛਕਣਾ ਚਾਹੀਦਾ ਪਿਆਰਿਓ, ਬਹਿ ਕੇ ਛਕਣਾ ਚਾਹੀਦਾ। ਇਹ ਮਰਜ਼ਾਦਾ, ਹਰ ਇੱਕ ਚੀਜ਼ ਦੀ ਮਰਜ਼ਾਦਾ ਪਿਆਰਿਓ। ਮਹਾਰਾਜ ਜੀਆਂ ਦਾ ਹੁਕਮਨਾਮਾ ਪੜ੍ਹੀਏ, ਉਹਦੀ ਵੀ ਮਰਜ਼ਾਦਾ। ਸੰਗਤ ਜੀ, ਹੁਕਮਨਾਮਾ ਪੜ੍ਹਨ ਤੋਂ ਪਹਿਲਾਂ ਕੁਝ ਸ਼ਬਦ ਗ੍ਰੰਥੀ ਸਿੰਘ ਵੈਸੇ ਪੜ੍ਹਦਾ। ਉਹਨਾਂ ਨੂੰ ਪਤਾ ਕੀ ਕਹੀਦਾ?
ਉਹਨਾਂ ਸ਼ਬਦਾਂ ਨੂੰ ਕਹੀਦਾ ਗੁਰਮੁਖੋ ਮੰਗਲਾਚਰਨ। ਉਹਨਾਂ ਨੂੰ ਕਹਿੰਦੇ ਆ ਮੰਗਲਾਚਰਨ। ਤੇ ਮੰਗਲਾਚਰਨ ਵਿੱਚ ਕਿਹੜੇ ਕਿਹੜੇ ਸ਼ਬਦ ਪੜ੍ਹੇ ਜਾ ਸਕਦੇ ਆ? ਮੰਗਲਾਚਰਨ ਵਿੱਚ ਉਦਾਂ ਤੇ ਗੁਰਬਾਣੀ ਸਾਰੀ ਇੱਕੋ ਹੀ ਹੈ ਗੁਰਮੁਖ, ਪਰ ਇੱਧਰ ਗੌਰ ਨਾਲ ਸੁਣਿਓ ਬੇਨਤੀ। ਦਰਬਾਰ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਪੂਜਣਯੋਗ ਸਥਾਨ ਹੈ ਪਿਆਰੇ। ਤੇ ਦਰਬਾਰ ਸਾਹਿਬ ਵਿੱਚ ਜਿਹੜਾ ਕੀਰਤਨ ਹੁੰਦਾ ਹੈ ਨਾ, ਉਹ ਪਤਾ ਕਿਹਦਾ ਕਿਹਦਾ ਕੀਰਤਨ ਹੋ ਸਕਦਾ? ਇੱਕ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੋ ਸਕਦਾ। ਦੂਜੇ ਨੰਬਰ ਤੇ ਸਾਧ ਸੰਗਤ ਜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੋ ਸਕਦਾ। ਤੀਜੇ ਨੰਬਰ ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਦਾ 12 ਦਾ ਤੇ ਕਵਿਤ ਸਵਈਆਂ ਦਾ ਕੀਰਤਨ ਹੋ ਸਕਦਾ। ਤੇ ਚੌਥੇ ਨੰਬਰ ਤੇ ਭਾਈ ਨੰਦ ਲਾਲ ਜੀ ਦੀਆਂ 12 ਵਾਹਿਗੁਰੂ ਗਜ਼ਲਾਂ, ਉਹਨਾਂ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ। ਚਾਰ ਚੀਜ਼ਾਂ ਦਾ ਕੀਰਤਨ ਹੋ ਸਕਦਾ ਤੇ ਪੰਜਵੀਂ ਚੀਜ਼ ਉੱਥੇ ਬੋਲੀ ਨਹੀਂ ਜਾ ਸਕਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗਲਾਚਰਨ ਜਦੋਂ ਪੜ੍ਹੀਏ, ਇੱਕ ਤੇ ਅਕਾਲ ਪੁਰਖ ਦੀ ਸੋਭਾ ਵਿੱਚ ਜਿਹੜੇ ਸ਼ਬਦ ਲਿਖੇ ਨੇ ਆਪਾਂ ਉਹ ਪੜ੍ਹ ਸਕਦੇ ਹਾਂ। ਕਿਹੜੇ ਕਿਹੜੇ ਸ਼ਬਦ ਅਕਾਲ ਪੁਰਖ ਦੀ ਸੋਭਾ ਵਿੱਚ? ਜਿਵੇਂ ਸਾਧ ਸੰਗਤ ਜੀ ਆਪਾਂ ਬਚਨ ਪੜ੍ਹੀਏ, ਊਚ ਅਪਾਰ, ਬੋਲੋ ਜੀ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ, ਗਾਵਤੇ ਉਧਰੇ, ਮਾਈਕ ਚਲਾ ਕੇ ਗਾਵਤੇ ਉਧਰੇ, ਵਿਨਸਹਿ ਪਾਪ ਪਸ਼ੂ ਪ੍ਰੇਤ ਪਾਹਨ ਪਾਰ, ਨਾਨਕ ਦਾਸ ਸਦਾ ਸਦਾ। ਇਹ ਅਕਾਲ ਪੁਰਖ ਦੀ ਸੋਭਾ ਚ ਸ਼ਬਦ ਹੈ। ਏਦਾਂ ਦੇ ਸ਼ਬਦ ਪੜ੍ਹੇ ਜਾ ਸਕਦੇ ਆ ਮੰਗਲਾਚਰਨ ਚ। ਨੰਬਰ 1। ਨੰਬਰ 2 ਤੇ ਗੁਰੂ ਜੀ ਦੀ ਸੋਭਾ ਵਿੱਚ ਸ਼ਬਦ ਪੜ੍ਹੇ ਜਾ ਸਕਦੇ ਆ, ਜਿਹੜੇ ਬਾਣੀ ਦੀਆਂ ਪੰਕਤੀਆਂ ਗੁਰੂ ਸਾਹਿਬ ਦੀ ਸੋਭਾ ਚ ਹਨ। ਜਿਵੇਂ ਉਦਾਹਰਨ ਦੇ ਤੌਰ ਤੇ ਕਹਿਣ ਲੱਗੇ ਆਪਾਂ ਪੜ੍ਹਦੇ ਆ, ਸਾਧ ਸੰਗਤ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਇਹ ਪੜ੍ਹ ਸਕਨੇ ਆ। ਫਿਰ ਸੰਗਤ ਜੀ ਸੰਗਤ ਦੀ ਸੋਭਾ ਵਿੱਚ ਜਿਵੇਂ ਆਪਾਂ ਪੜ੍ਹਦੇ ਆ, ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਗੁਰੂ ਗ੍ਰੰਥ ਸਾਹਿਬ ਦੀ ਸੋਭਾ ਵਿੱਚ ਜਿਵੇਂ ਆਪਾਂ ਪੜ੍ਹ ਸਕਦੇ ਆ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹ ਸ਼ਬਦ ਪੜ੍ਹ ਸਕਨੇ। ਫਿਰ ਇਸ ਤੋਂ ਇਲਾਵਾ ਸਮੇਂ ਦੇ ਮੁਤਾਬਕ, ਜਿਵੇਂ ਕਿਸੇ ਦੇ ਘਰ ਵਿੱਚ ਬੱਚੇ ਬੱਚੀ ਦੀ ਸ਼ਾਦੀ ਹੋਵੇ ਜਾਂ ਖੁਸ਼ੀ ਮਾਮਲੇ ਘਰ ਵਿੱਚ ਸਹਿਜ ਪਾਠ ਅਖੰਡ ਪਾਠ ਸਭ ਕਰਾਇਆ, ਉੱਥੇ ਆਪਾਂ ਪੜ੍ਹਦੇ ਆ, ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਿਗੁਰ, ਜੇ ਕੋਈ ਪ੍ਰਾਣੀ ਮਿਰਤਕ ਹੋ ਗਿਆ ਰੱਬ ਨਾ ਕਰੇ, ਉੱਥੇ ਆਪਾਂ ਪੜ੍ਹਨਾ ਫਰੀਦਾ ਦਰਿਆਵੈ ਕੰਨੈ ਬੈਠਾ। ਇਦਾਂ ਦੇ ਮੰਗਲਾਚਰਨ ਪੜ੍ਹੀ ਦੇ ਆ ਗੁਰਮੁਖ, ਇਹਨਾਂ ਨੂੰ ਕਹੀਦਾ ਮੰਗਲਾਚਰਨ। ਪਰ ਕਈ ਵਾਰੀ ਸਾਧ ਸੰਗਤ ਜੀ ਖਿਮਾ ਕਰਨਾ, ਤੁਹਾਨੂੰ ਹਾਸੀ ਵਾਲੀ ਗੱਲ ਸੁਣਾ ਦਿਆਂ। ਇੱਕ ਥਾਂ ਤੇ ਮੈਂ ਕਿਤੇ ਗਿਆ ਕੀਰਤਨ ਕਰਨ, ਉੱਥੇ ਜਿਹੜਾ ਗ੍ਰੰਥੀ ਸਿੰਘ ਸੀ ਸਾਧ ਸੰਗਤ ਜੀ, ਉਹ ਸਾਡੇ ਨਾਲ ਬਹੁਤੀ ਈਰਖਾ ਰੱਖਦਾ ਸੀ। ਮੈਂ ਦਰਬਾਰ ਸਾਹਿਬ ਚ ਵੜਨ ਲੱਗਿਆ, ਉਹ ਹੁਕਮਨਾਮਾ ਸਾਹਿਬ ਲੱਗਿਆ ਪੜ੍ਹਨ, ਤੇ ਉਹਨੇ ਜਦੋਂ ਮੰਗਲਾਚਰਨ ਪੜ੍ਹਿਆ ਨਾ, ਤੇ ਮੰਗਲਾਚਰਨ ਵਿੱਚ ਸ਼ਬਦ ਪਤਾ ਕਿਹੜਾ ਪੜ੍ਹਿਆ? ਸ਼ਬਦ ਪੜ੍ਹਿਆ, ਗਜ 3.5 ਧੋਤੀਆਂ ਤਿਹਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਵਾਗੋ, ਇਹ ਹਰ ਕੇ ਸੰਤ ਨਾਖੀਆ ਬਨਾਰਸ ਕੇ ਠਾਗਾ ਖੁ ਸਤਨਾਮ। ਇਹ ਤਾਂ ਸ਼ਬਦ ਮੰਗਲਾਚਰਨ ਚ ਪੜ੍ਹਨ ਵਾਲਾ ਹੈ ਹੀ ਨਹੀਂ। ਸਾਧ ਸੰਗਤ ਜੀ ਬਾਣੀ ਤਾਂ ਸਾਰੀ ਇੱਕੋ ਹੀ ਹੈ, ਪਰ ਮਰਜ਼ਾਦਾ ਹੈ ਗੁਰਮੁਖੋ। ਜਿਵੇਂ ਕਿਸੇ ਦੇ ਘਰ ਵਿੱਚ ਲੜਕੇ ਲੜਕੀ ਦੀ ਸ਼ਾਦੀ ਹੋਵੇ, ਉੱਥੇ ਸਾਧ ਸੰਗਤ ਜੀ ਲਾਵਾਂ ਦਾ ਪਾਠ ਹੁੰਦਾ, ਉੱਥੇ ਅਲਾਣੀਆਂ ਨਹੀਂ ਪੜੀਆਂ ਜਾ ਸਕਦੀਆਂ। ਕੋਈ ਪ੍ਰਾਣੀ ਮਿਰਤਕ ਹੋਵੇ, ਉੱਥੇ ਅਲਾਣੀਆਂ ਦਾ ਪਾਠ ਹੁੰਦਾ, ਭੋਗ ਦੇ ਸਮੇਂ ਰਾਮਕਲੀ ਸੱਦ ਪੜੀ ਦੀ ਆ ਗੁਰਮੁਖੋ। ਉੱਥੇ ਸਾਧ ਸੰਗਤ ਜੀ ਆਪਾਂ ਲਾਵਾਂ ਦਾ ਪਾਠ ਨਹੀਂ ਕਰ ਸਕਦੇ। ਹਾਲਾਂਕਿ ਬਾਣੀ ਭਾਵੇਂ ਸਾਰੀ ਇੱਕੋ ਹੀ ਹੈ, ਪਰ ਸਤਿਗੁਰ ਨੇ ਫੇਰ ਵੀ ਇੱਕ ਮਰਜ਼ਾਦਾ ਦਿੱਤੀ ਹੈ ਆਪਾਂ ਨੂੰ, ਵੀ ਇਸ ਮਰਜ਼ਾਦਾ ਤੋਂ ਬਾਹਰ ਨਹੀਂ ਜਾਣਾ ਆਪਾਂ। ਸਾਧ ਸੰਗਤ ਜੀ ਹੁਣ ਮਰਜ਼ਾਦਾ ਦੀ ਮੈਂ ਬੇਨਤੀ ਕਰ ਰਿਹਾ ਸੀ ਕਿ ਚੌਧਰੀ ਲਖਮੀਰ ਸ਼ਮੀਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬਹਿ ਗਏ, ਨਿੰਮੋ ਝੂਣੇ ਜੇ ਹੋ ਕੇ, ਔਰ ਮਹਾਰਾਜ ਜੀਆਂ ਨੇ ਬਚਨ ਕੀਤਾ, ਕਹਿੰਦੇ ਕਿਵੇਂ ਚੌਧਰੀ ਦਲਗੀਰ ਹੋਏ ਬੈਠੇ ਹੋ? ਕਹਿੰਦੇ ਸਤਿਗੁਰੂ ਜੀ ਬਸ ਕੀ ਦੱਸੀਏ। ਮਹਾਰਾਜ ਕਹਿੰਦੇ ਦੱਸੋ ਬਈ ਦੱਸੋ ਕੀ ਗੱਲ ਹੈ? ਆਖਣ ਲੱਗੇ ਸੱਚੇ ਪਾਤਸ਼ਾਹ ਗੱਲ ਉਹੀ ਹੋ ਗਈ ਜਿਹਦਾ ਡਰ ਸੀ। ਕੀ? ਘਰ ਵਿੱਚ ਗਏ ਮਾਮੇ ਨੇ ਤੇ ਸਾਡੇ ਘਰ ਵਾਲੀ ਨੇ, ਚੌਧਰੀ ਕਹਿੰਦਾ ਕਲੇਸ਼ ਪਾ ਲਿਆ।
ਮਹਾਰਾਜ ਤੁਹਾਡਾ ਸੀਤ ਪ੍ਰਸਾਦ ਸਾਨੂੰ ਛਕਣ ਨਹੀਂ ਦਿੱਤਾ। ਮਹਾਰਾਜ ਕਹਿੰਦੇ ਫੇਰ ਕਹਿੰਦੇ ਮਹਾਰਾਜ ਜਦੋਂ ਅਸੀਂ ਲੜ ਰਹੇ ਸੀ ਨਾ ਆਪਸ ਵਿੱਚ, ਤੂੰ ਮੈਂ ਹੋ ਰਹੀ ਸੀ, ਕਹਿੰਦੇ ਚੋਰੀਆਂ ਸਾਡੇ ਘਰ ਦੀਆਂ 2-3 ਬੱਚੀਆਂ ਨੇ ਬੁਰਕੀ ਪ੍ਰਸ਼ਾਦ ਛਕ ਲਿਆ, ਅਸੀਂ ਨਾ ਛਕ ਸਕੇ ਤੇ ਬਾਕੀ ਸਾਡੇ ਮਾਮੇ ਨੇ ਟੋਆ ਪੁੱਟ ਕੇ ਤੇ ਧਰਤੀ ਵਿੱਚ ਦੱਬ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਹਿਜੇ ਬਚਨ ਕੀਤਾ, ਸਹਿਜ ਸੁਭਾ ਸਾਧੂ ਬੋਲੇ ਸਹਿਜ ਸੁਭਾ, ਸਾਧੂ ਕਾ ਬੋਲਿਆ ਬਿਰਥਾ ਨਾ ਜਾ। ਮਹਾਰਾਜ ਜੀਆਂ ਨੇ ਬਚਨ ਆਖਿਆ, ਚੌਧਰੀ ਜੇ ਤੁਸੀਂ ਪ੍ਰਸ਼ਾਦ ਛਕ ਲੈਂਦੇ ਨਾ ਤੁਹਾਡਾ ਤਨ ਤੇ ਮਨ ਪਵਿੱਤਰ ਹੋ ਜਾਣਾ ਸੀ, ਤੁਹਾਨੂੰ ਸਦਗਤੀ ਮਿਲ ਜਾਣੀ ਸੀ, ਪਰ ਤੁਸੀਂ ਛਕ ਨਾ ਸਕੇ, ਤੁਹਾਡੇ ਘਰ ਦੀਆਂ ਬੱਚੀਆਂ ਨੇ ਛਕ ਲਿਆ ਤੇ ਪੱਟ ਕੇ ਟੋਆ ਧਰਤੀ ਵਿੱਚ ਦੱਬ ਦਿੱਤਾ। ਮਹਾਰਾਜ ਆਖਣ ਲੱਗੇ, ਚੌਧਰੀ ਆ ਗੌਰ ਨਾਲ ਸੁਣਿਓ, ਚੌਧਰੀ ਤੁਹਾਡੇ ਘਰ ਦੀਆਂ ਧੀਆਂ ਤੇ ਤੁਹਾਡੇ ਪਿੰਡ ਦੀ ਇਲਾਕੇ ਦੀ ਜ਼ਮੀਨ ਇਹ ਕਦੇ ਖਾਲੀ ਨਹੀਂ ਜਾਣਗੇ, ਤੁਹਾਡੇ ਘਰ ਦੀਆਂ ਧੀਆਂ ਕੁੱਖੋਂ ਖਾਲੀ ਨਹੀਂ ਹੋਣਗੀਆਂ ਤੇ ਤੁਹਾਡੇ ਇਲਾਕੇ ਦੀ ਜ਼ਮੀਨ ਫਸਲੋਂ ਖਾਲੀ ਨਹੀਂ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀਆਂ ਨੇ ਐਸਾ ਬਚਨ ਦਿੱਤਾ ਪਿਆਰੇ ਸਾਧ ਸੰਗਤ ਜੀ। ਚੌਧਰੀ ਲਖਮੀਰ ਤੇ ਸ਼ਮੀਰ ਉਹਨਾਂ ਦਾ ਖਾਨਦਾਨ ਅੱਜ ਵੀ ਵਸਦਾ ਪਿਆਰਿਓ। ਉਹਨਾਂ ਦੇ ਘਰ ਦੀਆਂ ਬੱਚੀਆਂ ਇੱਕ ਵੀ ਬੱਚੀ ਕੋਈ ਬਾਂਝ ਨਹੀਂ ਪਿਆਰਿਓ। ਜਿੱਥੇ ਬੱਚੀਆਂ ਵਿਆਹੀਆਂ ਗਈਆਂ ਏਦਾਂ ਨਹੀਂ ਵੀ ਬੱਚਾ ਨਾ ਹੋਵੇ ਦਵਾਈਆਂ ਲੈਂਦੇ ਫਿਰਨ ਡਾਕਟਰਾਂ ਦੇ। ਅੱਜ ਵੀ ਉਹਨਾਂ ਦੇ ਇਲਾਕੇ ਦੀ ਜ਼ਮੀਨ ਗੁਰਮਖੋ ਬੜੀ ਭਾਰੀ ਉਪਜ ਦਿੰਦੀ ਹੈ। ਸੋ ਕਹਿਣ ਦਾ ਭਾਵ ਸੰਗਤ ਜੀ, ਸਤਿਗੁਰ ਜੀ ਦੇ ਵਿੱਚ ਵੱਡੀਆਂ ਵਡਿਆਈਆਂ ਹਨ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ। ਪਰ ਸੰਗਤ ਜੀ ਸਤਿਗੁਰ ਦੀਆਂ ਵਡਿਆਈਆਂ ਹਨ ਵੱਡੀਆਂ, ਪਰ ਹਰ ਇੱਕ ਨੂੰ ਨਜ਼ਰ ਨਹੀਂ ਆਉਂਦੀਆਂ। ਪੜਿਓ ਧਾਰਨਾ ਫਿਰ ਸਮਾਪਤੀ ਕਰੀਏ। ਉਹ ਵੱਡੀਆਂ ਵਡਿਆਈਆਂ ਨੇ ਸਤਿਗੁਰ ਵਿੱਚ ਦੇਖੋ ਭਾਈ, ਵੱਡੀਆਂ ਵਡਿਆਈਆਂ ਨੇ ਸਤਿਗੁਰ ਵਿੱਚ ਦੇਖੋ ਭਾਈ, ਵੱਡੀਆਂ ਵਡਿਆਈਆਂ ਸਤਿਗੁਰ ਵਿੱਚ ਦੇਖੋ ਭਾਈ, ਵੱਡੀਆਂ ਵਡਿਆਈਆਂ ਨੇ ਸਤਿਗੁਰ ਵਿੱਚ ਦੇਖੋ ਭਾਈ, ਵੱਡੀਆਂ ਵਡਿਆਈਆਂ ਨੇ ਸਤਿਗੁਰ ਵਿੱਚ ਵੇਖੋ ਭਾਈ, ਵੱਡੀਆਂ ਵਡਿਆਈਆਂ ਨੇ ਸਤਿਗੁਰ ਵਿੱਚ ਵੇਖੋ ਭਾਈ। ਸਤ ਸੰਗਤ ਜੀ ਸਤਿਗੁਰ ਵਿੱਚ ਬਹੁਤ ਵਡਿਆਈਆਂ ਨੇ, ਸਾਡਾ ਕਈ ਵਾਰੀ ਭਰੋਸਾ ਨਹੀਂ ਵੱਜਦਾ। ਸਾਧ ਸੰਗਤ ਜੀ ਜਿਨ੍ਹਾਂ ਦਾ ਭਰੋਸਾ ਵੱਜ ਜਾਂਦਾ ਉਹ ਸਤਿਗੁਰ ਤੋਂ ਦਾਤਾਂ ਲੈ ਜਾਂਦੇ ਹਨ। ਜਿਨ੍ਹਾਂ ਦਾ ਭਰੋਸਾ ਨਹੀਂ ਵੱਜਦਾ, ਜਿਵੇਂ ਨਦੀ ਦੇ ਕਿਨਾਰੇ ਉੱਤੇ ਫਿਰਦਾ ਹੋਇਆ ਕਈ ਭਾਗਹੀਨ ਮਨੁੱਖ ਸੰਗਤ ਜੀ ਨਦੀ ਦੇ ਕਿਨਾਰੇ ਤੇ ਫਿਰਦਾ ਹੋਇਆ ਵੀ ਪਿਆਸਾ ਮਰ ਜਾਂਦਾ ਹੈ ਨਾ, ਉਵੇਂ ਹੀ ਜਿਹਦਾ ਭਰੋਸਾ ਨਹੀਂ ਵੱਜਦਾ ਸਤਿਗੁਰ ਦੇ ਚਰਨਾਂ ਵਿੱਚ ਬੈਠਾ ਹੋਇਆ ਵੀ ਸਤਿਗੁਰ ਦੀ ਦਾਤ ਤੋਂ ਖਾਲੀ ਚਲਿਆ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਰੋਸਾ ਵੱਡਾ ਪਿਆਰਿਓ, ਭਰੋਸਾ ਬਣਾ ਕੇ ਰੱਖਣਾ ਚਾਹੀਦਾ। ਹਮੇਸ਼ਾ ਬੇਨਤੀ ਕਰੀਦੀ ਹੈ, ਪਰ ਭਰੋਸਾ ਕਿਵੇਂ ਬਣਦਾ? ਭਰੋਸਾ ਸੰਗਤ ਜੀ ਕਿਸੇ ਪੰਸਾਰੀ ਦੀ ਹੱਟੀ ਤੋਂ ਨਹੀਂ ਮਿਲਦਾ ਵੀ ਜਾਈਏ ਪੰਸਾਰੀ ਨੂੰ ਕਹੀਏ ਵੀ ਭਾਈ ਮੈਨੂੰ 5 ਕਿਲੋ ਭਰੋਸਾ ਤੋਲ ਦੇ, ਮੈਨੂੰ 2 ਕਿਲੋ ਸ਼ਰਧਾ ਤੋਲ ਕੇ ਪਾ ਦੇ। ਇਹ ਪੰਸਾਰੀਆਂ ਦੀਆਂ ਹੱਟੀਆਂ ਤੋਂ ਮਿਲਣ ਵਾਲੀਆਂ ਵਸਤੂਆਂ ਨਹੀਂ ਪਿਆਰਿਓ। ਸ਼ਰਧਾ ਤੇ ਭਰੋਸਾ ਬਣਦਾ ਪਰ ਕਿਵੇਂ? ਸ਼ਰਧਾ ਤੇ ਭਰੋਸੇ ਵਾਲਿਆਂ ਦੀ ਸੰਗਤ ਕਰਕੇ ਬਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਆਓ ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਸਤਿਗੁਰ ਉੱਤੇ ਭਰੋਸਾ ਰੱਖੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਉਹ ਕਿਰਪਾ ਗੁਰਮੁਖੋ ਜਿਹੜੀ ਕਿਰਪਾ ਗੁਰੂ ਨਾਨਕ ਸਾਹਿਬ ਕਰਦੇ ਸਨ, ਅੱਜ ਵੀ ਉਹ ਪ੍ਰਤਾਪ ਜਿਹੜਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸੀ। ਆਓ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ। ਟੇਡੀਆਂ ਮੇਡੀਆਂ ਥਾਵਾਂ ਦਾ, ਗਲਤ ਥਾਵਾਂ ਦਾ ਖਹਿੜਾ ਛੱਡ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ, ਆਪ ਜੁੜੋ ਤੇ ਹੋਰਾਂ ਨੂੰ ਜੋੜੋ ਪਿਆਰੇ। ਸਾਧ ਸੰਗਤ ਜੀ ਕੇਸ ਰੱਖੋ। ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ, ਭੈਣਾਂ ਬੀਬੀਆਂ ਨੂੰ ਬੇਨਤੀ, ਰੋਮਾਂ ਦੀ ਬੇਅਦਬੀ ਬੰਦ ਕਰਨੀ ਬੰਦ ਕਰੋ ਭੈਣੋ, ਰੋਮਾਂ ਦੀ ਬੇਅਦਬੀ ਕਰਨੀ ਬੰਦ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਖੰਡੇ ਦੀ ਪੌਲ ਪ੍ਰਾਪਤ ਕਰੋ। ਦਸ਼ਮੇਸ਼ ਪਿਤਾ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀ।
आओ होइयां तमाम भुल्लां दी खिमा, संगत और सतगुर जी बख्शण जोग हैं। आओ मिल के हुण सारी संगत आनंद साहब विच बोलो, कोई रसना बांझी ना रवे। 3 हिस्सियां च आनंद साहब पढ़ांगे। पहली पंक्ति मैं बोलांगा, दूजी पंक्ति साडे जथे वाले ਸਿੰਘਾਂ ने गाउणी आ, तीजी पंक्ति संगते तुसी सारे गज के बोलियो। मैं हमेशा ही बेनती करदा हुन्ना भी जिन्हां नूं आनंद साहब याद है ਉਹ ਤਾਂ ਨਾਲ मिल के बोलो, जिन्हां नूं आनंद साहब याद नहीं ਉਹ संगत जी गुरु ग्रंथ साहब ਦੇ ਚਰਨਾਂ 'ਚ ਅਰਦਾਸ ਕਰਿਓ। ਪਹਿਲਾਂ ਤਾਂ ਸੁਣਿਓ ਫਿਰ ਅਰਦਾਸ ਕਰਿਓ। ਕੀ ਆਖਿਓ? ਮਹਾਰਾਜ ਨਾਮ ਨਾਲ ਸਿੰਘ ਲੱਗਦਾ, ਨਾਮ ਨਾਲ ਕੌਰ ਲੱਗਦਾ, ਸਿੱਖਾਂ ਦੇ ਪੁੱਤ ਤੇ ਸਿੱਖਾਂ ਦੀਆਂ ਧੀਆਂ ਹਾਂ। ਪਰ ਸਤਿਗੁਰ ਸਾਡੇ ਤੇ ਕਿਰਪਾ ਨਹੀਂ ਹੋਈ, ਸਾਨੂੰ 6 ਪੌੜੀਆਂ ਆਨੰਦ ਸਾਹਿਬ ਨਹੀਂ ਆਉਂਦੀਆਂ। ਕਿਰਪਾ ਕਰੋ ਸਾਨੂੰ 6 ਪੌੜੀਆਂ ਆਨੰਦ ਸਾਹਿਬ ਦੀਆਂ ਯਾਦ ਕਰਾਓ। ਸੰਗਤ ਦਾ ਧੰਨਵਾਦ ਔਰ ਬੇਨਤੀ ਹੈ, ਹਰ ਮਹੀਨੇ ਦੀ ਤਰ੍ਹਾਂ ਮੂਸੇ ਪਿੰਡ ਆਪਣੇ ਸਥਾਨ ਤੇ ਦੀਵਾਨ ਸਜਦੇ ਨੇ। ਹੁਣ ਫਰਵਰੀ ਮਹੀਨੇ ਵਿੱਚ 10 ਫਰਵਰੀ ਦਿਨ ਸ਼ਨੀਵਾਰ ਅੰਮ੍ਰਿਤ ਵੇਲੇ ਹੀ ਦੀਵਾਨ ਸਵੇਰੇ ਲੱਗਣਾ। ਮੈਂ ਨੰਬਰਦਾਰ ਸਾਹਿਬ ਨੂੰ ਵੀ ਬੇਨਤੀ ਕਰਾਂ ਕਿ ਤੁਸੀਂ ਵੀ ਜ਼ਰੂਰ ਆਇਆ ਕਰੋ ਪਿਆਰਿਓ। ਅਸੀਂ ਤਾਂ ਇਲਾਕੇ ਭਰ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ, ਬੱਚਿਆਂ ਦੇ ਸਿਰਾਂ ਤੇ ਦਸਤਾਰਾ, ਕੇਸ, ਬਾਣੀ ਦੀ ਸੰਥਿਆ, ਸਾਧ ਸੰਗਤ ਜੀ ਇਹ ਕਾਰਜ ਅਸੀਂ ਕਰਨ ਲੱਗੇ ਹਾਂ ਤੇ ਸੰਗਤ ਦਾ ਸਹਿਯੋਗ ਜ਼ਰੂਰੀ ਹੈ। ਨਗਰ ਕੀਰਤਨ 7-8 ਪਿੰਡਾਂ ਦਾ ਹਰ ਸਾਲ ਕੱਢੀਦਾ। ਇੱਥੇ ਵੀ ਖੋਖਰ ਵਿੱਚ ਵੀ ਜਦੋਂ ਨਗਰ ਕੀਰਤਨ ਆਉਂਦਾ ਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਸਾਰਾ ਨਗਰ ਬੜਾ ਹੀ ਮਾਣ ਕਰਦਾ। ਉਚੇਚ ਸੇਵਾ ਦਾ ਪ੍ਰਬੰਧ, ਲੰਗਰ ਦਾ ਸਭਨਾਂ ਦਾ ਧੰਨਵਾਦ ਹੈ। ਤੇ ਹੁਣ 10 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ 9:30 ਪੌਣੇ 10 ਵਜੇ ਤੱਕ ਦੀਵਾਨ ਲੱਗਣਾ। ਆਪ ਜੀ ਸੰਗਤ ਨੇ ਭਾਈ ਪਹੁੰਚ ਕਰਕੇ ਹਾਜ਼ਰੀ ਭਰਨੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਆਨੰਦ ਸਾਹਿਬ ਵਿੱਚ ਬੋਲੋ ਜੀ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਤੇਰੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰ ਸ਼ਬਦ ਬਾਵਣੀਆਂ, ਸਭ ਦੋਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਗੱਜ ਕੇ ਸੰਗਤੇ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਦੇਹ ਤੋਂ ਪਾਵੇ ਸਦਾ ਸਿਫਤ ਸਲਾਹ ਤੇ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ।
ਸੱਚਾ। ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਚਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਧੁਦ ਵਸ ਕੀਤੇ ਕਾਲ ਕੰਠ ਕੁਮਾਰਿਆ। ਤੁਧ ਧਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਇਹ ਨਾਨਕ ਤਹਿ ਸੁਖ ਹੋਆ ਤਿਸ ਕਰ ਅਨਹਦ ਵਾਜੇ। ਅੰਤ ਸੁਨਾ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਾਗਰ ਵਿਸੂਰੇ। ਦੁਖ ਰੋਗ ਸੰਤਾਪ ਉਠਦੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪਵਿੱਤ ਕਹਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਸਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦੇਵ ਸੁਹਾਗ ਹੋਏ ਸਾਖੀ ਹਿਰਦੈ ਪਰਮ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗੈਲ ਸਾਚਤ ਕਾਰ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਤੇ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਇਹਦੀ ਛੁੱਟੀ ਨਾਲ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।